ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸੋ 328 ਸਰੂਪ ਗੁੰਮ ਹੋ ਜਾਣੇ ਏਡੀ ਜ਼ਿੰਮੇਵਾਰ ਸੰਸਥਾ ਹੈ। ਇੱਕ ਇੱਕ ਚੀਜ਼ ਦਾ ਰਿਕਾਰਡ ਹੈ, ਉਹਨਾਂ ਕੋਲ ਇੱਕ ਇੱਕ ਗੱਲ ਦਾ ਹਿਸਾਬ ਹੈ। ਸੋ ਅਜੇ ਤੱਕ ਦੋਸ਼ੀਆਂ ਦਾ ਫੜੇ ਨਾ ਜਾਣਾ ਤੇ ਸਰੂਪਾਂ ਦਾ ਅਜੇ ਤੱਕ ਲਾਪਤਾ ਰਹਿਣਾ, ਮੇਰੇ ਖਿਆਲ ਦੇ ਨਾਲ ਇਹ ਬੜੀ ਹੀ ਨਮੋਸ਼ੀ ਵਾਲੀ ਤੇ ਇਸ ਤੋਂ ਘਿਨਾਉਣੀ ਕੋਈ ਗੱਲ ਹੋ ਨਹੀਂ ਸਕਦੀ SGPC ਦੇ ਲਈ। ਬਿਲਕੁਲ ਜੀ, ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਆ, ਮੇਰੇ ਖਿਆਲ ਦੇ ਨਾਲ ਜਿਹੜੀਆਂ ਧਾਰਮਿਕ ਸਜ਼ਾਵਾਂ ਲਾਈਆਂ ਨੇ ਉਹ ਅਜੇ ਸਿੱਖ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕਦੀਆਂ, ਕਿਉਂਕਿ ਮੇਨ ਗੱਲ ਉੱਥੇ ਦੀ ਉੱਥੇ ਖੜੀ। ਮੈਂ ਪਹਿਲਾਂ ਵੀ ਕਿਹਾ ਕਿ ਸਰੂਪ ਕਿੱਥੇ ਨੇ ਤੇ ਸਰੂਪ ਦੇ ਪਿੱਛੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਜੇ ਉਹ ਕਹਿੰਦੇ ਆ ਕਿ ਪਰਚੀਆਂ ਦੇ ਕੇ ਉਹ ਸਰੂਪ ਜਿਹੜੇ ਆ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਹੀ ਪਹੁੰਚੇ ਨੇ, ਸੋ ਉਹਦਾ ਬਕਾਇਦਾ ਲਿਸਟ ਰਿਲੀਜ਼ ਕਰਨ ਕਿ 328 ਸਰੂਪ ਆ ਸਿੱਖਾਂ ਦੇ ਘਰਾਂ ਵਿੱਚ ਪਹੁੰਚੇ ਆ ਉਹ ਨੰਗੇ ਹੋਣੇ ਚਾਹੀਦੇ। ਪਹਿਲਾਂ ਤਾਂ ਉਹਨਾਂ ਦੇ ਚਿਹਰੇ ਸੰਗਤ ਦੇ ਸਾਹਮਣੇ ਹੋਣੇ ਚਾਹੀਦੇ। ਕਿਆ ਬੰਦੇ ਸੀਗੇ, ਜਿੰਨੇ ਵੀ 8-10 ਜੋ ਵੀ ਬੰਦੇ ਆ, ਚਾਹੇ ਉਹਦੇ ਵਿੱਚ ਪ੍ਰਧਾਨ ਵੀ ਜੇ ਇਨਵੋਲਵ ਹੈ ਉਹ ਵੀ ਨੰਗਾ ਹੋਣਾ ਚਾਹੀਦਾ, ਜਾਂ ਮੀਤ ਪ੍ਰਧਾਨ ਜਿਹੜਾ ਵੀ ਬੰਦਾ ਉਹ ਨੰਗੇ ਹੋਣੇ ਚਾਹੀਦੇ ਆ ਤੇ ਉਹਨਾਂ ਦੇ ਉੱਤੇ ਫਿਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮੇਰੇ ਖਿਆਲ ਨਾਲ ਇਸ ਮੋਰਚੇ ਦੀ ਮੰਗ ਹੈ। ਇਹ ਸਿਰਫ ਮੋਰਚੇ ਦੀ ਮੰਗ ਨਹੀਂ, ਹਰ ਸਿੱਖ ਦੀ ਮੰਗ ਹੈ। ਇਹ ਸਜ਼ਾਵਾਂ ਜ਼ਰੂਰ ਲੱਗੀਆਂ ਨੇ। ਮੈਨੂੰ ਲੱਗਦਾ ਇਹ ਇੱਕ ਤਰੀਕੇ ਦੇ ਨਾਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ, ਉਹੋ ਜਿਹੀ ਗੱਲ ਹੋਈ ਆ। ਕਿਉਂਕਿ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਜਥੇਦਾਰ ਸਾਹਿਬ ਨੂੰ। ਐਂਡ ਬਿਲਕੁਲ ਜਿੱਦਾਂ ਮੈਂ ਪਹਿਲਾਂ ਕਿਹਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ, ਕਿਉਂਕਿ ਇਹ ਮਸਲਾ ਸਾਡੇ ਪਿਓ ਦਾ ਹੈ। ਮਸਲੇ ਨਹੀਂ ਇਹਨਾਂ ਕੋਲੋਂ ਹੱਲ ਹੋਏ। ਦਸਮ ਗ੍ਰੰਥ ਸਾਹਿਬ ਦਾ ਮਸਲਾ ਹੈ, ਹੋਰ ਬਹੁਤ ਸਾਰੇ ਮਸਲੇ ਆ। ਸੋ ਇਹ ਜਾਣ ਬੁੱਝ ਕੇ ਹੀ ਇੱਕ ਜਿਹੜਾ ਡੀਪ ਸਟੇਟ ਦਾ ਇੱਕ ਬਣ ਕੇ ਹਥਿਆਰ, ਤੇ ਉਹਦੇ ਤਹਿਤ ਹੀ ਇਹ ਸਾਰਾ ਕੁਝ ਹੋ ਰਿਹਾ। ਸੋ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਮੈਨੂੰ ਲੱਗਦਾ ਕਿ ਕੌਮ ਨੂੰ ਜਦੋਂ ਵੀ ਕੋਈ ਮੌਕਾ ਮਿਲਦਾ, ਸਭ ਤੋਂ ਪਹਿਲਾਂ ਤੇ ਬਾਦਲ ਜੁੰਡਲੀ ਤੋਂ ਕੌਮ ਨੂੰ ਜਿਹੜਾ ਵਾ ਖਹਿੜਾ ਛਡਾਉਣਾ ਚਾਹੀਦਾ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜਦੋਂ 328 ਸਰੂਪਾਂ ਦੀ ਗੱਲ ਕਰਦੇ ਹਾਂ ਤੇ ਆਟੋਮੈਟਿਕ ਹੀ ਪਤਾ ਲੱਗਦਾ ਕਿ SGPC ਵੱਲੋਂ ਕਈ ਦਿਨ ਤੋਂ ਇਹ ਕਿਹਾ ਤੇ ਜਾ ਰਿਹਾ ਕਿ ਲਾਪਤਾ ਹੋ ਚੁੱਕੇ ਆ, ਪਰ ਇਹ 'ਤੇ ਕਾਰਵਾਈ ਕੋਈ ਨਹੀਂ ਹੋ ਰਹੀ। ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਮੋਰਚਾ ਲੱਗ ਜਾਂਦਾ, ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਆਣ ਕੇ ਬੈਠ ਜਾਂਦੇ ਆ ਤੇ ਲਗਾਤਾਰ ਅੱਜ 5ਵੇਂ ਦਿਨ ਦੇ ਵਿੱਚ ਮੋਰਚਾ ਲੱਗਾ ਵਾ। ਇਹ ਤਸਵੀਰਾਂ ਆਪਾਂ ਵੇਖ ਸਕਦੇ ਆ। ਇੱਕ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਦੂਜੇ ਪਾਸੇ ਮੋਰਚਾ ਲੱਗਾ ਹੋਇਆ ਵਾ ਸਿੱਖ ਜਥੇਬੰਦੀਆਂ ਦਾ। ਮੋਰਚਾ ਬਰਗਾੜੀ ਦੇ ਵਿੱਚ ਲੱਗਾ ਸੀ, ਮੋਰਚਾ ਅੰਬ ਸਾਹਿਬ ਲੱਗਾ ਸੀ, ਮੋਰਚਾ ਲੱਗਾ ਸੀ ਬਾਪੂ ਸੂਰਤ ਸਿੰਘ ਦੇ ਘਰੇ। ਪਰ ਪ੍ਰਾਪਤੀਆਂ ਵੀ ਸਾਨੂੰ ਪਤਾ ਕੀ ਹੋਈਆਂ, ਕੌਮ ਨੂੰ ਕੀ ਮਿਲਿਆ ਉੱਥੋਂ ਸਾਰਿਆਂ ਨੂੰ ਪਤਾ ਹੈਗਾ ਵਾ। ਕਿਉਂਕਿ ਜੇ ਆਪਾਂ ਫਿਲਮੀ ਪਰਦਿਆਂ ਦੀ ਗੱਲ ਕਰਦੇ ਹਾਂ, ਫਿਲਮੀ ਸਤਾਰਿਆਂ ਦੀ ਗੱਲ ਕਰਦੇ ਹਾਂ, ਗਾਇਕਾਂ ਦੀ ਗੱਲ ਕਰਦੇ ਹਾਂ, ਤੇ ਇਹਨਾਂ ਮੋਰਚਿਆਂ ਨੇ ਕੋਈ ਵੱਡੀ ਸਪੋਰਟ ਕਰਦੇ ਆ। ਪਰ ਉਹ ਤੋਂ ਬਾਅਦ ਮਿਲਦਾ ਕੀ ਆ ਮੋਰਚਿਆਂ ਦੇ ਵਿੱਚੋਂ, ਆਪਾਂ ਨੂੰ ਪਤਾ ਕੀ ਨਿਕਲ ਕੇ ਆਉਂਦਾ। ਪਰ ਅੱਜ ਜੇ ਅਸੀਂ 328 ਸਰੂਪਾਂ ਦੀ ਗੱਲ ਕਰਨ ਲੱਗੇ ਆ ਨਾ, ਤੇ ਇਹਦੇ ਵਿੱਚ ਹਰ ਸਿੱਖ ਦਾ ਹਿਰਦਾ ਛਲਣੀ ਹੋ ਜਾਂਦਾ ਜਦੋਂ ਇੱਕ ਮਾਰੇ ਦੇ ਸਰੂਪ ਦੀ ਗੱਲ ਕਰਦੇ ਆ। ਪਰ ਇੱਥੇ 328 ਦੀ ਗੱਲ ਆ। ਕਸੂਰਵਾਰ ਕੌਣ ਆ? ਸਾਡੇ ਆਪਣੇ ਹੀ ਆ, ਕਿਉਂਕਿ ਕਿਹਾ ਜਾ ਰਿਹਾ ਕਿ ਪੜਤਾਲੀਆ ਰਿਪੋਰਟ ਦੇ ਦੱਸਿਆ ਗਿਆ ਕਿ ਜਿਹੜੇ ਕਾਰਜਕਾਲ ਸੰਭਾਲਿਆ ਸੀ ਜਿਨ੍ਹਾਂ ਨੇ, ਉਸ ਟਾਈਮ ਦੇ ਨੁਮਾਇੰਦਿਆਂ ਨੇ ਹੀ ਸਰੂਪ ਵੇਚ ਦਿੱਤੇ। ਵੱਡੀ ਗਲਤੀ, ਵੱਡੀ ਭੁੱਲ ਕੀਤੀ ਉਹਨਾਂ ਨੇ। ਉਸ ਤੋਂ ਬਾਅਦ 'ਚ SGPC ਵੱਲੋਂ ਕਦਮ ਪੁੱਟਿਆ ਜਾਂਦਾ, ਉਹਨਾਂ 'ਤੇ ਪਰਚੇ ਕਰਾਉਣ ਦੀ ਗੱਲ ਹੁੰਦੀ ਆ, ਪਰ ਪਰਚੇ ਦੇ ਕਰਾਉਣ ਤੋਂ ਬਾਅਦ U ਟਰਨ ਦੀ ਗੱਲ ਹੋ ਜਾਂਦੀ ਆ। SGPC ਤੋਂ ਬਾਅਦ 'ਚ ਅਕਾਲ ਤਖਤ ਸਾਹਿਬ 'ਤੇ ਫੈਸਲਾ ਜਾਂਦਾ, ਅਕਾਲ ਤਖਤ ਤੋਂ ਫੈਸਲਾ ਵਾਪਸ ਆਉਂਦਾ ਤੇ ਫਿਰ ਅੰਤਰਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ, ਜਿਹਦੇ ਵਿੱਚ ਇੱਕ U ਟਰਨ ਲੈ ਲਿਆ ਜਾਂਦਾ ਕਿ ਉਹਨਾਂ 'ਤੇ ਪਰਚੇ ਨਹੀਂ ਹੋਣਗੇ, ਉਹਨਾਂ ਨੂੰ ਧਾਰਮਿਕ ਸਜ਼ਾਵਾਂ ਸੁਣਾਈਆਂ ਜਾਣਗੀਆਂ। ਤੇ ਅੱਜ ਉਹ ਦੇਣਾ ਇੱਕ ਪਾਸੇ ਧਾਰਮਿਕ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ। ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਧਾਰਮਿਕ ਸਜ਼ਾਵਾਂ ਸੁਣਾ ਦਿੱਤੀਆਂ, ਪਰ ਦੂਜੇ ਪਾਸੇ ਮੋਰਚਾ ਵੀ ਲੱਗਾ ਵਾ। ਮੋਰਚੇ ਵਾਲੇ ਵੀਰਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਪਰ ਸਹਿਯੋਗੀ ਜਿਹੜੇ ਇੱਥੇ ਵੀਰ ਪਹੁੰਚ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲੋਂ ਕੁਲਜਿੰਦਰ ਸਿੰਘ ਸਿੱਧੂ, ਸਾਡਾ ਹੱਕ ਫਿਲਮ ਦੇ ਵਿੱਚ ਤੁਸੀਂ ਚਿਹਰਾ ਦੇਖਿਆ ਸੀ। ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰਦੇ ਆ ਤੇ ਉਦੋਂ ਇੱਕ ਚਿਹਰਾ ਸਾਹਮਣੇ ਆ ਜਾਂਦਾ, ਉਹ ਹੈਗਾ ਕੁਲਜਿੰਦਰ ਸਿੰਘ ਸਿੱਧੂ ਦਾ। ਸਾਡੇ ਨਾਲ ਹੀ ਹੈਗੇ ਆ, ਕਿਉਂਕਿ ਉਹ ਫਿਲਮ ਨੇ ਬਹੁਤ ਕੁਛ ਕੌਮ ਦੇ ਅੱਗੇ ਲੈ ਕੇ ਆਂਦਾ, ਸਾਡੀ ਨੌਜਵਾਨ ਪੀੜ੍ਹੀ ਨੂੰ ਦਿਖਾ ਲਿਆ ਕਿ ਕਿਵੇਂ ਮੋਰਚੇ ਲੱਗਦੇ ਆ ਤੇ ਕਿਵੇਂ ਉਹਨਾਂ ਦੀ ਭਰਪਾਈ ਹੁੰਦੀ ਆ, ਕਿਵੇਂ ਸੁਰੰਗਾਂ ਪੁੱਟ ਕੇ ਬਾਹਰ ਨਿਕਲਿਆ ਜਾਂਦਾ ਤੇ ਕਿਵੇਂ ਸੰਘਰਸ਼ ਲੜੀਦੇ ਆ। ਉਹ ਫਿਲਮ ਰਾਹੀਂ ਕੁਛ ਨਾ ਕੁਛ ਜਿਹੜੇ ਹਾਵ ਭਾਵ ਸੀ ਉਹ ਬਾਹਰ ਆਏ ਸੀ। ਪਰ ਅਸਲ ਜ਼ਿੰਦਗੀ ਦੇ ਵਿੱਚ ਜਗਤਾਰ ਸਿੰਘ ਹਵਾਰਾ ਤੇ ਕੁਲਜਿੰਦਰ ਸਿੰਘ ਸਿੱਧੂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਅੱਜ ਮੋਰਚੇ ਦਾ ਹਿੱਸਾ ਬਣਨ ਵਾਸਤੇ ਆਏ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਕਿਵੇਂ ਦਾ ਲੱਗਾ? ਇੱਕ ਪਾਸੇ ਤੇ ਉਹ ਸਿਰਮੌਰ ਸੰਸਥਾ ਸਾਡੀ
ਜਿਹਨੇ ਸਾਨੂੰ ਸੇਧ ਦੇਣੀ ਹੁੰਦੀ ਆ। ਸਿੱਖ ਕੌਮ ਇੱਥੋਂ ਹੀ ਚੱਲਦੀ ਆ। ਅਕਾਲ ਤਖਤ ਸਾਹਿਬ ਤੋਂ ਆਦੇਸ਼ ਆਉਂਦਾ, ਅਸੀਂ ਉਸ ਪਾਸੇ ਕਦਮ ਪੁੱਟ ਲੈਂਦੇ ਆ। ਐਸਜੀਪੀਸੀ ਇੱਕ ਨੁਮਾਇੰਦਾ ਜਮਾਤ ਆ ਜਿਹਦਾ ਸਾਹਮਣੇ ਇੱਕ ਵੱਡਾ ਆਫਿਸ ਆ, ਜਿੱਥੋਂ ਸਾਨੂੰ ਕੋਈ ਹੁਕਮ ਮਿਲਦਾ, ਕੌਮ ਉੱਧਰਲੇ ਪਾਸੇ ਵੇਖਦੀ ਆ, ਪਰ ਉਹਦੇ ਵਿੱਚ ਹੀ ਵੱਡੀਆਂ ਗਲਤੀਆਂ 328 ਸਰੂਪਾਂ ਦਾ ਮਸਲਾ ਸਾਹਮਣੇ ਆ ਜਾਂਦਾ। ਬਿਲਕੁਲ ਜੀ, ਐਸਜੀਪੀਸੀ ਜਿਹੜੀ ਆ ਜਦੋਂ ਤੋਂ ਬਾਦਲ ਗਰੁੱਪ ਦੇ ਕਬਜ਼ੇ ਵਿੱਚ ਆ, ਇਹਦੇ ਅੰਦਰ ਘੁਟਾਲੇ ਹੁੰਦੇ ਰਹੇ ਆ। ਕਦੀ ਲੰਗਰ 'ਚ ਘੁਟਾਲਾ ਹੋ ਗਿਆ, ਕਦੀ ਗੋਲਕਾਂ ਦੀ ਚੋਰੀ ਹੋ ਗਈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਖਬਰਾਂ ਆਉਂਦੀਆਂ ਰਹੀਆਂ ਨੇ। ਪਰ ਅੱਜ ਜਿਹੜਾ ਹੁਣ ਜਿਹਦੇ ਕਰਕੇ ਇਹ ਮੋਰਚਾ ਲੱਗਾ ਹੋਇਆ, ਇਹ ਇੱਕ ਮਤਲਬ ਇਹੋ ਜਿਹਾ ਬੱਜਰ ਮੇਰੇ ਖਿਆਲ ਨਾਲ ਗੁਨਾਹ ਵਾ, ਜਿਹਦੇ ਲਈ ਹਰ ਗੁਰੂ ਨਾਨਕ ਨਾਮ ਲੇਵਾ ਜਿਹੜਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਜਿਹੜਾ ਸਿੱਖ ਹੈ, ਉਹਦੇ ਅੰਦਰ ਬਹੁਤ ਵੱਡਾ ਇੱਕ ਦਰਦ ਹੈ। ਸੋ 328 ਸਰੂਪ ਗੁੰਮ ਹੋ ਜਾਣੇ, ਏਡੀ ਜ਼ਿੰਮੇਵਾਰ ਸੰਸਥਾ ਹੈ, ਇੱਕ ਇੱਕ ਚੀਜ਼ ਦਾ ਰਿਕਾਰਡ ਹੈ, ਉਹਨਾਂ ਕੋਲ ਇੱਕ ਇੱਕ ਗੱਲ ਦਾ ਹਿਸਾਬ ਹੈ। ਸੋ ਅਜੇ ਤੱਕ ਦੋਸ਼ੀਆਂ ਦਾ ਫੜੇ ਨਾ ਜਾਣਾ ਤੇ ਸਰੂਪਾਂ ਦਾ ਅਜੇ ਤੱਕ ਲਾਪਤਾ ਰਹਿਣਾ, ਮੇਰੇ ਖਿਆਲ ਦੇ ਨਾਲ ਇਹ ਬੜੀ ਹੀ ਨਮੋਸ਼ੀ ਵਾਲੀ ਤੇ ਇਸ ਤੋਂ ਘਿਨਾਉਣੀ ਕੋਈ ਗੱਲ ਹੋ ਨਹੀਂ ਸਕਦੀ ਐਸਜੀਪੀਸੀ ਦੇ ਲਈ। ਸੋ ਜਥੇਦਾਰ ਸਾਹਿਬ ਨੇ ਜਿੱਦਾਂ ਤੁਸੀਂ ਕਿਹਾ ਅੱਜ ਕੁਝ ਧਾਰਮਿਕ ਸਜ਼ਾਵਾਂ ਲਾਈਆਂ ਨੇ, ਪਰ ਮੇਰੇ ਖਿਆਲ ਨਾਲ ਸਵਾਲ ਅਜੇ ਵੀ ਉੱਥੇ ਦਾ ਉੱਥੇ ਖੜਾ, ਉਹ ਸਰੂਪ ਗਏ ਕਿੱਥੇ? ਤੇ ਉਹ ਸਰੂਪ ਨੂੰ ਗਾਇਬ ਕਰਨ ਦੇ ਵਿੱਚ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਦੇ ਉੱਤੇ ਪਰਚਾ ਜਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ, ਪਹਿਲੀ ਗੱਲ ਤੇ ਉਹ ਬੇਨਕਾਬ ਹੋਣੇ ਚਾਹੀਦੇ ਆ, ਨੰਗੇ ਹੋਣੇ ਚਾਹੀਦੇ ਆ, ਫਿਰ ਉਹਨਾਂ ਦੇ ਉੱਤੇ ਜੋ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਆ ਜਾਂ ਸੰਗਤ ਜਿਹੜੀ ਕਾਰਵਾਈ ਸਮਝਦੀ ਉਹਨਾਂ ਤੇ ਹੋਣੀ ਚਾਹੀਦੀ ਆ, ਉਹ ਹੋਣੀ ਚਾਹੀਦੀ ਆ। ਕਿਉਂਕਿ ਛੋਟਾ ਮੋਟਾ ਗੁਨਾਹ ਨਹੀਂ, ਬਹੁਤ ਵੱਡਾ ਬੱਜਰ ਗੁਨਾਹ ਹੈ ਕਿਸੇ ਵੀ ਰੂਪ ਦੇ ਵਿੱਚ ਆ, ਚਾਹੇ ਗੁਰੂ ਦਾ ਸਿੱਖ, ਚਾਹੇ ਉਹ ਸਿੱਖੀ ਸਰੂਪ ਦੇ ਵਿੱਚ ਆ, ਚਾਹੇ ਸਿੱਖੀ ਸਰੂਪ 'ਚੋਂ ਨਹੀਂ ਆ, ਪਰ ਜਿਹੜਾ ਵੀ ਗੁਰੂ ਨੂੰ ਗੁਰੂ ਮੰਨਦਾ, ਸੋ ਉਹਨਾਂ ਦੇ ਹਰੇਕ ਦੇ ਮਨ ਦੇ ਵਿੱਚ ਇੱਕ ਦਰਦ ਹੈ। ਸੋ ਇਹੀ ਦਰਦ ਮੇਰੇ ਅੰਦਰ ਵੀ ਉੱਠਿਆ ਤੇ ਮੈਨੂੰ ਲੱਗਾ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਾਂ ਤੇ ਨਾਲੇ ਇਸ ਜਿਹੜਾ ਮੋਰਚਾ ਵਾ ਇਹਦਾ ਹਿੱਸਾ ਬਣਾ। ਤੁਸੀਂ ਇਸ ਟਾਈਮ ਪੰਜਾਬ ਦੀ ਧਰਤੀ ਤੋਂ ਆਏ ਕਿ ਸਪੈਸ਼ਲ ਚੱਲ ਕੇ ਮੁੰਬਈ ਤੇ ਉੱਥੇ ਪਹੁੰਚਣਾ ਪਿਆ? ਮੈਂ ਜੀ ਬੰਬੇ ਰਹਿਣਾ, ਪਿਛਲੇ 5 ਸਾਲ ਤੋਂ ਮੇਰਾ ਮੇਨ ਜਿਹੜਾ ਟਿਕਾਣਾ ਹੈ ਬੰਬੇ ਹੀ ਆ, ਮੈਂ ਉੱਥੇ ਹੀ ਰਹਿਣਾ। ਸੋ ਮੈਂ ਬੰਬੇ ਤੋਂ ਹੀ ਆਇਆ। ਸੋ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ, ਅੰਮ੍ਰਿਤਸਰ ਸਾਹਿਬ ਵਿੱਚ ਆ ਕੇ। ਸੋ ਇਸ ਵੇਲੇ ਮੈਨੂੰ 2 ਕਾਰਨ ਮਿਲ ਗਏ ਕਿ ਹਰਿਮੰਦਰ ਸਾਹਿਬ 'ਚ ਦਰਸ਼ਨ ਵੀ ਕਰਨੇ ਨੇ ਤੇ ਨਾਲ ਇਸ ਮੋਰਚੇ ਦੀ ਜਿਹੜੀ ਆ ਉਹਦੀ ਸਪੋਰਟ ਵੀ ਕਰਨੀ ਹੈ ਜੀ। ਜੇ ਆਪਾਂ ਥੋੜਾ ਪਿੱਛੇ ਚੱਲੀਏ, ਸਾਡਾ ਹੱਕ ਫਿਲਮ ਦੀ ਗੱਲ ਕਰੀਏ ਜਾਂ ਹੋਰ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦੀ ਗੱਲ ਕਰੀਏ, ਤਾਂ ਤੁਹਾਡੇ ਤੇ ਬੜਾ ਵੱਡਾ ਯੋਗਦਾਨ ਸੀ ਮੈਂ ਕਹੂੰਗਾ। ਕਿਉਂਕਿ ਜਦੋਂ ਫਿਲਮਾਂ ਬਣਦੀਆਂ, ਪਰਦੇ ਤੇ ਹੁੰਦੀਆਂ ਪ੍ਰਦਰਸ਼ਿਤ, ਉਹ ਤੋਂ ਬਾਅਦ ਬਹੁਤ ਕੁਝ ਸਿੱਖਣ ਵਾਸਤੇ ਮਿਲਦਾ ਸਾਡੀ ਨੌਜਵਾਨ ਪੀੜ੍ਹੀ ਨੂੰ। ਜਗਤਾਰ ਸਿੰਘ ਹਵਾਰਾ ਦਾ ਤੁਸੀਂ ਰੋਲ ਨਿਭਾਇਆ। ਅੱਜ ਵੀ ਜਦੋਂ ਮੋਰਚੇ 'ਚ ਗੱਲ ਹੁੰਦੀ ਆ ਤੇ ਸ਼ਾਇਦ ਉਹ ਪਾਸੇ ਵੇਖਿਆ ਜਾ ਰਿਹਾ, ਇੱਕ ਪਾਸੇ ਕਿਹਾ ਜਾਂਦਾ ਕੁਲਜਿੰਦਰ ਸਿੰਘ ਸਿੱਧੂ ਆਏ ਹੈਗੇ ਆ ਜਿਨ੍ਹਾਂ ਨੇ ਜਗਤਾਰ ਸਿੰਘ ਹਵਾਰਾ ਦਾ ਰੋਲ ਨਿਭਾਇਆ ਸੀ, ਕਿਤੇ ਨਾ ਕਿਤੇ ਭਾਈ ਸਾਹਿਬ ਨੂੰ ਇੱਥੇ ਹੀ ਦੇਖਿਆ ਜਾ ਰਿਹਾ। ਇਹਦੇ ਬਾਰੇ ਕੀ ਕਹਿਣਾ? ਬਿਲਕੁਲ ਜੀ, ਇਹ ਮੇਰੇ ਲਈ ਮੈਂ ਸਮਝਦਾ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਭਾਈ ਸਾਹਿਬ ਦਾ ਰੋਲ ਨਿਭਾਇਆ। ਉਹ ਭਾਈ ਸਾਹਿਬ ਦਾ ਰੋਲ ਨਿਭਾਉਣ ਕਰਕੇ, ਉਸ ਫਿਲਮ ਕਰਕੇ ਮੇਰੀ ਜਿਹੜੀ ਆ ਸਿੱਖ ਜਗਤ ਦੇ ਵਿੱਚ, ਬਲਕਿ ਸਮੂਹ ਪੰਜਾਬੀ ਜਗਤ ਦੇ ਵਿੱਚ ਮੇਰੀ ਇੱਕ ਪਛਾਣ ਬਣੀ। ਸੋ ਉਸ ਪਛਾਣ ਦੇ ਨਾਲ ਹੀ ਮੈਨੂੰ ਇੱਥੇ ਵੀ ਜੇ ਮੋਰਚੇ ਦੇ ਵਿੱਚ, ਹਾਲਾਂਕਿ ਮੈਂ ਸੰਗਤ ਰੂਪ ਦੇ ਵਿੱਚ ਸ਼ਾਮਿਲ ਹੋਇਆ ਸੀ, ਪਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਟੇਜ ਦੇ ਉੱਤੇ ਆ ਕੇ 2 ਸ਼ਬਦ ਬੋਲੋ। ਉਹ ਜਿਹੜਾ ਮਾਣ ਸਨਮਾਨ ਸਿੱਖ ਕੌਮ ਦਿੰਦੀ ਆ, ਉਹ ਸਿਰਫ ਉਸ ਫਿਲਮ ਕਰਕੇ ਆ, ਭਾਈ ਸਾਹਿਬ ਦਾ ਨਿਭਾਇਆ ਹੋਇਆ ਕਿਰਦਾਰ ਹੋਣ ਕਰਕੇ ਆ। ਸੋ ਅਦਰਵਾਈਜ਼ ਮੈਂ ਆਪਣੇ ਆਪ 'ਚ ਤੇ ਬੜਾ ਨਿਗੁਣਾ ਜਿਹਾ ਤੇ ਬੜਾ ਆਮ ਜਿਹਾ ਇੱਕ ਸਧਾਰਨ ਜਿਹਾ ਮਨੁੱਖ ਹਾਂ। ਅੱਜ ਵਾਲੇ ਮੋਰਚੇ ਤੁਸੀਂ ਵੇਖ ਚੁੱਕੇ ਹੋ, 5ਵਾਂ ਦਿਨ ਹੋ ਚੁੱਕਾ ਵਾ। ਐਸਜੀਪੀਸੀ ਇੱਕ ਨੁਮਾਇੰਦਾ ਜਮਾਤ ਪਹਿਲਾਂ ਦੱਸ ਚੁੱਕਾ, ਉਹਨਾਂ ਵੱਲੋਂ ਕੋਈ ਇਹੋ ਠੋਸ ਕਦਮ ਨਹੀਂ ਪੁੱਟਿਆ ਗਿਆ। ਅੱਜ ਧਾਰਮਿਕ ਸਜ਼ਾਵਾਂ ਲਾਈਆਂ ਗਈਆਂ ਵਾ। ਲੱਗਦਾ ਤੁਹਾਨੂੰ ਕੋਈ ਧਾਰਮਿਕ ਸਜ਼ਾਵਾਂ ਜਿਹੜੀਆਂ ਲੱਗਦੀਆਂ ਗਈਆਂ ਉਹ ਠੀਕ ਆ? ਉਸ ਤੋਂ ਬਾਅਦ ਜਿਹੜਾ ਮੋਰਚਾ ਵਾ ਹੁਣ ਚੁੱਕਣ ਦੀ ਰੂਪ ਰੇਖਾ ਕਿਹੋ ਜਿਹੀ ਹੋ ਸਕਦੀ ਆ? ਕੋਈ ਤੁਹਾਡੀ ਮੋਰਚੇ ਵਾਲੇ ਵੀਰਾਂ ਨਾਲ ਗੱਲਬਾਤ ਹੋਈ? ਬਿਲਕੁਲ ਜੀ, ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਆ, ਮੇਰੇ ਖਿਆਲ ਦੇ ਨਾਲ ਜਿਹੜੀਆਂ ਧਾਰਮਿਕ ਸਜ਼ਾਵਾਂ ਲਾਈਆਂ ਨੇ ਉਹ ਅਜੇ ਸਿੱਖ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕਦੀਆਂ। ਕਿਉਂਕਿ ਮੇਨ ਗੱਲ ਉੱਥੇ ਦੀ ਉੱਥੇ ਖੜੀ, ਮੈਂ ਪਹਿਲਾਂ ਵੀ ਕਿਹਾ ਕਿ ਸਰੂਪ ਕਿੱਥੇ ਨੇ ਤੇ ਸਰੂਪ ਦੇ ਪਿੱਛੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਸੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਇਸ ਵੇਲੇ ਕੌਮ ਨੂੰ, ਕਿਉਂਕਿ ਪਿਛਲੀਆਂ ਕੁਝ ਸਟੇਟਮੈਂਟਸ ਨੇ ਜਦੋਂ ਤੋਂ ਉਹਨਾਂ ਨੇ ਕਾਰਜਕਾਰ ਸੰਭਾਲਿਆ ਬਤੌਰ ਕਾਰਜਕਾਰੀ ਜਥੇਦਾਰ। ਸੋ ਉਹਨਾਂ ਦਾ ਇੱਕ ਜਿਹੜਾ ਬਤੌਰ ਜਥੇਦਾਰ ਜਿਹੜੇ ਵੀ ਉਹਨਾਂ ਨੇ ਸਟੈਪ ਲਏ ਨੇ ਜਾਂ ਜਿਹੜੇ ਵੀ ਉਹਨਾਂ ਦੇ ਬਿਆਨ ਆਏ ਨੇ, ਸੋ ਉਹਦੇ ਨਾਲ ਸੰਗਤਾਂ ਦੇ ਵਿੱਚ ਇੱਕ ਉਮੀਦ ਜਾਗੀ ਆ ਕਿ ਸ਼ਾਇਦ ਕੌਮ ਨੂੰ ਮੁੜ ਤੋਂ ਅਕਾਲੀ ਫੂਲਾ ਸਿੰਘ ਵਰਗਾ ਕੋਈ ਜਥੇਦਾਰ ਮਿਲ ਸਕਦਾ ਜਾਂ ਉਹੋ ਜੀ ਉਹਨਾਂ 'ਚੋਂ ਝਲਕ ਪੈ ਰਹੀ ਆ। ਪਰ ਅਜੇ ਤੱਕ, ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਅਸਤੀਫਾ ਦੇ ਦੂੰਗਾ ਜੇ ਇਹ ਸਰੂਪ ਜਿਹੜਾ ਮਾਮਲਾ ਇਹ ਮੈਂ ਹੱਲ ਨਾ ਕਰ ਸਕਿਆ। ਸੋ ਮੇਰੇ ਖਿਆਲ ਨਾਲ ਅਜੇ ਤੱਕ ਤਾਂ ਉਹ ਮਸਲਾ ਹੱਲ ਨਹੀਂ ਕਰ ਸਕੇ। ਸੋ ਜਦੋਂ ਮਸਲਾ ਹੱਲ ਹੁੰਦਾ ਹੈ, ਸੰਗਤ ਦੇ ਹਿਰਦੇ ਸ਼ਾਂਤ ਹੁੰਦੇ ਨੇ, ਇਹ ਮੋਰਚਾ ਇੱਥੋਂ ਜਿਹੜੀ ਸੰਗਤ ਹੈ ਆਪਣਾ ਉਠਾਉਂਦੀ ਹੈ ਐਂਡ ਸਾਰੀ ਸੰਗਤ ਜਿਹੜੀ ਆ ਉਹ ਸਜ਼ਾਵਾਂ ਦੇ ਉੱਤੋਂ ਸੰਤੁਸ਼ਟੀ ਆਪਣੀ ਪ੍ਰਗਟ ਕਰਦੀ ਹੈ, ਉਦੋਂ ਤੱਕ ਮੈਨੂੰ ਲੱਗਦਾ ਜਥੇਦਾਰ ਜਿਹੜੇ ਨੇ ਉਹਨਾਂ ਦਾ ਅਜੇ ਕੰਮ, ਬਹੁਤ ਵੱਡਾ ਕੰਮ ਬਾਕੀ ਹੈ। ਮੋਰਚੇ ਦੇ ਸਾਥੀ ਕਹਿ ਰਹੇ ਆ ਸਾਰੇ ਕਿ ਇਹ ਸਜ਼ਾਵਾਂ ਹੋਣੀਆਂ ਚਾਹੀਦੀਆਂ ਵਾ। ਦੂਜੇ ਪਾਸੇ ਜਿਹੜਾ ਐਸਜੀਪੀਸੀ ਜਾਂ ਸਿੰਘ ਸਾਹਿਬ ਵੱਲੋਂ ਧਾਰਮਿਕ ਸਜ਼ਾਵਾਂ ਲਾਈਆਂ ਗਈਆਂ, ਪਰ ਇਹ ਤੇ
ਕੋਈ ਗੱਲਬਾਤ ਬਣਨੀ ਨਹੀਂ ਨਾ ਜੀ, ਜਿਹੜਾ ਉਹਨਾਂ ਦਾ ਫੈਸਲਾ ਵਾ ਉਹਦੇ ਨਾਲ ਇਹ ਨਹੀਂ ਮੰਨ ਰਹੇ, ਕਿਉਂਕਿ ਇਹ ਕਹਿੰਦੇ ਕਿ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ। ਕਿਉਂਕਿ ਜੇ ਆਪਾਂ ਇੱਕ ਬਰਗਾੜੀ ਵਾਲੇ ਸਰੂਪ ਦੀ ਗੱਲ ਕਰਦੇ ਹਾਂ, ਬੁਰਜਵਾਰ ਸਿੰਘ ਵਾਲਾ ਤਾਂ ਸਰੂਪ ਚੋਰੀ ਹੁੰਦਾ, ਭਾਵੇਂ ਉਹ ਸਾਡੀ ਦੁਸ਼ਮਣ ਜਮਾਤ ਨੇ ਚੁੱਕਿਆ, ਪਰ ਕਿਤੇ ਨਾ ਕਿਤੇ ਅਜੇ ਤੱਕ ਵੀ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ। ਇਹ ਤਾਂ ਸਾਡੇ ਆਪਣੇ ਸੀ ਜਿਹਨਾਂ 328 ਸਰੂਪ ਚੁੱਕ ਲੈਂਦੇ ਆ, ਤੇ ਉਹ ਕਿਹਾ ਜਾਂਦਾ ਕਿ ਪਰਚੀਆਂ ਵੱਡਿਆਂ ਘਰਾਂ ਵੱਲੋਂ ਆਉਂਦੀਆਂ ਸੀ, ਵੱਡਿਆਂ ਵੱਲੋਂ ਆਉਂਦੀਆਂ ਸੀ ਪਰਚੀਆਂ, ਉਹਦੇ ਆਧਾਰ ਤੇ ਸਰੂਪ ਦਿੱਤੇ ਜਾਂਦੇ ਸੀ। ਗਲਤੀਆਂ ਤਾਂ ਬਹੁਤ ਵੱਡੀਆਂ ਇਹਦੇ ਵਿੱਚ। ਬਿਲਕੁਲ ਜੀ, ਦੇਖੋ ਜਿੱਦਾਂ ਤੁਸੀਂ ਕਿਹਾ ਜਾਂਦਾ ਹੈ, ਸੋ ਇਹ ਜ਼ਿੰਮੇਵਾਰ ਸੰਸਥਾ ਹੈਗੀ ਹੈ SGPC, ਇਹਨਾਂ ਨੂੰ ਬਿਲਕੁਲ ਬਕਾਇਦਾ ਉਹਦਾ ਜਿਹੜਾ ਵਾ ਲਿਸਟ ਰਿਲੀਜ਼ ਕਰਨੀ ਚਾਹੀਦੀ ਆ। ਜੇ ਉਹ ਕਹਿੰਦੇ ਆ ਕਿ ਪਰਚੀਆਂ ਦੇ ਕੇ ਉਹ ਸਰੂਪ ਜਿਹੜੇ ਆ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਹੀ ਪਹੁੰਚੇ ਨੇ, ਸੋ ਉਹਦਾ ਬਕਾਇਦਾ ਲਿਸਟ ਰਿਲੀਜ਼ ਕਰਨ ਕਿ 328 ਸਰੂਪ ਆ ਸਿੱਖਾਂ ਦੇ ਘਰਾਂ ਵਿੱਚ ਪਹੁੰਚੇ ਆ। ਇਹ ਇੱਕ ਘਪਲਾ ਸੀ, ਜਿਵੇਂ ਕਿ SGPC ਦਾ ਪੱਖ ਹੈ ਕਿ ਉਹਨਾਂ ਦੇ ਕਲੈਰੀਕਲ ਲੈਵਲ ਤੇ ਜਾਂ ਉਹਨਾਂ ਦੇ ਸਟਾਫ ਦੇ ਮੁਲਾਜ਼ਮਾਂ ਨੇ ਸਰੂਪ ਦੇ ਦਿੱਤੇ ਪਰ ਰਿਕਾਰਡ ਦੇ ਵਿੱਚ ਨਹੀਂ ਚੜਾਏ। ਉਹਨਾਂ ਦੇ ਹਿਸਾਬ ਦੇ ਨਾਲ ਇੱਕ ਰਿਕਾਰਡ ਦਾ ਮਸਲਾ, ਪਰ ਸੰਗਤਾਂ ਦੇ ਹਿਸਾਬ ਦੇ ਨਾਲ ਬਤੌਰ ਸਿੱਖ ਅਸੀਂ ਇਹਨੂੰ ਰਿਕਾਰਡ ਦਾ ਮਸਲਾ ਨਹੀਂ ਸਮਝਦੇ, ਅਸੀਂ ਇਹਨੂੰ ਇੱਕ ਘਪਲਾ ਸਮਝਦੇ ਹਾਂ। ਕਿਉਂਕਿ ਚਾਹੇ ਕਿਸੇ ਵੀ ਲੈਵਲ ਤੇ ਉਹ ਘਪਲਾ ਹੋਇਆ, SGPC ਨੂੰ ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ। ਉਹ ਜਿਹੜੇ ਸਰੂਪ ਨੇ ਪਹਿਲਾਂ ਉਹਦੀ ਲਿਸਟ ਦੱਸਣ ਕਿ ਇਹ ਸਰੂਪ ਇੱਥੇ ਇਹਨਾਂ ਘਰਾਂ ਵਿੱਚ ਪਏ ਨੇ, ਸੋ ਉਹ ਸਾਰੇ ਸਰੂਪ ਜਿਹੜੇ ਆ ਉਹ ਵਾਪਸ ਆਉਣੇ ਚਾਹੀਦੇ ਆ। ਸੋ ਮੇਰੇ ਖਿਆਲ ਦੇ ਨਾਲ ਉਸ ਤੋਂ ਬਾਅਦ ਚਾਹੇ ਦੁਬਾਰਾ ਉਹਨਾਂ ਨੂੰ ਗੁਰਸਿੱਖਾਂ ਨੂੰ ਜਿਹੜੇ ਵੀ ਆ ਇੱਕ ਪ੍ਰੋਸੀਜਰ ਜਿਸ ਤਰ੍ਹਾਂ ਢੰਗ ਦੇ ਨਾਲ ਸਰੂਪ ਜਿਹੜੇ ਆ ਇੱਥੋਂ ਦਿੱਤੇ ਜਾਂਦੇ ਆ, ਉਸ ਹਿਸਾਬ ਨਾਲ ਉਹਨਾਂ ਨੂੰ ਸਰੂਪ ਬਕਾਇਦਾ ਦਿੱਤੇ ਜਾਣ। ਸੋ ਉਹ ਸਰੂਪ ਇੱਕ ਵਾਰੀ ਮੈਨੂੰ ਲੱਗਦਾ ਕਿ ਪੂਰਾ ਰਿਕਾਰਡ ਆਉਣਾ ਚਾਹੀਦਾ। ਤੇ ਪਲੱਸ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਉਹ ਘਪਲਾ ਕੀਤਾ ਸੀਗਾ, ਇਹ ਕੋਈ ਛੋਟਾ ਮੋਟਾ ਘਪਲਾ ਨਹੀਂ ਆ ਕਿ ਪੈਸਿਆਂ ਦਾ ਘਪਲਾ ਸੀਗਾ, ਉਹ ਸਾਰੀਆਂ ਚੀਜ਼ਾਂ ਨੂੰ ਕੌਮ ਪਿਛਲੇ ਸਮੇਂ ਵਿੱਚ ਬਰਦਾਸ਼ਤ ਕਰਦੀ ਰਹੀ ਆ। ਘਪਲੇ ਹੁੰਦੇ ਰਹੇ ਆ SGPC ਦੇ ਵਿੱਚ, ਦੋਸ਼ੀਆਂ ਨੂੰ ਮਾੜੀਆਂ ਮੋਟੀਆਂ ਜਿਹੋ ਜਿਹੀਆਂ ਵੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ, ਬਰਖਾਸਤ ਵੀ ਕਰਦੇ ਰਹੇ, ਸਸਪੈਂਡ ਵੀ ਜੀ। ਪਰ ਇਹ ਮਸਲਾ ਵੱਡਾ ਹੈ, ਇਹਦੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਦੋਸ਼ੀ ਆ ਉਹ ਨੰਗੇ ਹੋਣੇ ਚਾਹੀਦੇ। ਪਹਿਲਾਂ ਤਾਂ ਉਹਨਾਂ ਦੇ ਚਿਹਰੇ ਸੰਗਤ ਦੇ ਸਾਹਮਣੇ ਹੋਣੇ ਚਾਹੀਦੇ। ਕਿਆ ਬੰਦੇ ਸੀਗੇ, ਜਿੰਨੇ ਵੀ 8-10 ਜੋ ਵੀ ਬੰਦੇ ਆ, ਚਾਹੇ ਉਹਦੇ ਵਿੱਚ ਪ੍ਰਧਾਨ ਵੀ ਜੇ ਇਨਵੋਲਵ ਹੈ ਉਹ ਵੀ ਨੰਗਾ ਹੋਣਾ ਚਾਹੀਦਾ, ਜਾਂ ਮੀਤ ਪ੍ਰਧਾਨ ਜਿਹੜਾ ਵੀ ਬੰਦਾ ਹੈ ਉਹ ਨੰਗੇ ਹੋਣੇ ਚਾਹੀਦੇ ਆ, ਤੇ ਉਹਨਾਂ ਦੇ ਉੱਤੇ ਫਿਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮੇਰੇ ਖਿਆਲ ਨਾਲ ਇਸ ਮੋਰਚੇ ਦੀ ਮੰਗ ਹੈ। ਇਹ ਸਿਰਫ ਮੋਰਚੇ ਦੀ ਮੰਗ ਨਹੀਂ, ਹਰ ਸਿੱਖ ਦੀ ਮੰਗ ਹੈ ਜੀ। ਅੱਜ ਦੀਆਂ ਜੋ ਧਾਰਮਿਕ ਸਜ਼ਾਵਾਂ ਲਾਈਆਂ ਗਈਆਂ, ਉੱਥੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਵੀ ਪਹੁੰਚਦੇ ਆ, ਉੱਥੇ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਵੀ ਪਹੁੰਚਦੇ ਆ। ਅਕਾਲ ਤਖਤ ਸਾਹਿਬ ਦੇ ਸਾਹਮਣੇ ਜੋ ਆਦੇਸ਼ ਜਾਰੀ ਕੀਤੇ ਗਏ ਆ, ਉਹ ਆਦੇਸ਼ਾਂ ਦੀ ਉਹਨਾਂ ਨੇ ਕਿਹਾ ਸੀ ਕਿ ਇਨ ਬਿਨ ਪਾਲਣਾ ਕਰਾਂਗੇ। ਦੂਜੇ ਪਾਸੇ ਉਸ ਟਾਈਮ ਦੀ ਐਡਜੈਕਟਿਵ ਜਿਹੜੀ ਸੀ ਉਹਨਾਂ ਨੂੰ ਸਜ਼ਾਵਾਂ ਲਾਈਆਂ ਗਈਆਂ ਧਾਰਮਿਕ, ਪਰ ਗਲਤੀ ਹੋਈ ਹੈ ਨਾ ਕਿ 328 ਸਰੂਪਾਂ ਦਾ ਮਸਲਾ ਤੁਹਾਨੂੰ ਕੀ ਲੱਗਦਾ ਇਸ ਤੱਕ ਸੀਮਤ ਹੋ ਕੇ ਰਹਿ ਜਾਣਾ ਚਾਹੀਦਾ? ਬਿਲਕੁਲ ਜੀ, ਦੇਖੋ ਤੁਸੀਂ ਵੀ ਬਤੌਰ ਅਕਾਲ ਚੈਨਲ ਦੇ ਰਿਪਰੈਜ਼ੈਂਟੇਟਿਵ ਖੜੇ ਹੋ, ਤੁਹਾਨੂੰ ਲੱਗਦਾ ਹੈ ਇਹ ਸੰਤੁਸ਼ਟੀ ਆ? ਆਪਾਂ ਨੂੰ ਸਰੂਪਾਂ ਦਾ ਤਾਂ ਪਤਾ ਨਹੀਂ ਨਾ ਲੱਗਾ ਕਿ ਸਰੂਪ ਗਾਇਬ ਕਿੱਦਾਂ ਹੋਏ, ਕਿੱਥੇ ਨੇ, ਤੇ ਦੋਸ਼ੀ ਕੌਣ ਨੇ। ਇਹ ਸਜ਼ਾਵਾਂ ਜ਼ਰੂਰ ਲੱਗੀਆਂ ਨੇ। ਮੈਨੂੰ ਲੱਗਦਾ ਇਹ ਇੱਕ ਤਰੀਕੇ ਦੇ ਨਾਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ, ਉਹੋ ਜੀ ਗੱਲ ਹੋਈ ਆ। ਕਿਉਂਕਿ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਜਥੇਦਾਰ ਸਾਹਿਬ ਨੂੰ। ਐਂਡ ਬਿਲਕੁਲ ਜਿੱਦਾਂ ਮੈਂ ਪਹਿਲਾਂ ਕਿਹਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ, ਕਿਉਂਕਿ ਇਹ ਮਸਲਾ ਸਾਡੇ ਪਿਓ ਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣੇ ਪਿਤਾ ਸਰੂਪ ਮੰਨਦੇ ਹਾਂ, ਸੋ ਇੱਕ ਪਿਓ ਨਾਲ ਜੁੜਿਆ ਹੋਇਆ ਮਸਲਾ ਹੈ। ਸੋ ਬਹੁਤ ਵੱਡਾ ਮਸਲਾ ਮੈਨੂੰ ਲੱਗਦਾ ਕਿ ਇਹ ਸਿਰਫ ਇੱਕ ਰਿਕਾਰਡ ਦਾ ਘਪਲਾ ਇਹਨੂੰ ਕਹਿ ਦੇਣਾ ਜਾਂ ਇਹਨੂੰ ਇੱਕ ਛੋਟਾ ਕਰਕੇ ਦਿਖਾਉਣਾ, ਉਹ ਨਹੀਂ ਹੋਣਾ ਚਾਹੀਦਾ। ਇਹਦਾ ਬਿਲਕੁਲ ਨਤਾਰਾ ਸਪਸ਼ਟ ਰੂਪ ਦੇ ਵਿੱਚ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ, ਫਿਰ ਹੀ ਮੈਨੂੰ ਲੱਗਦਾ ਸੰਤੁਸ਼ਟੀ ਹੋਗੀ। ਤੁਸੀਂ ਬਰਗਾੜੀ ਦੀ ਗੱਲ ਕੀਤੀ ਕਿ ਉੱਥੇ ਇੱਕ ਸਰੂਪ ਦੂਸਰੀ ਜਿਹੜੇ ਆ ਬਿੱਪਰ ਲੋਕ ਨੇ ਜਾਂ ਜਿਹੜਾ ਰਾਮ ਰਹੀਮ ਦੇ ਜਿਹੜੇ ਚੇਲੇ ਸੀਗੇ, ਉਹਨਾਂ ਨੇ ਚੱਕ ਕੇ ਜਿਸ ਹਿਸਾਬ ਨਾਲ ਬੇਦਬੀ ਕੀਤੀ, ਜਿਸ ਹਿਸਾਬ ਨਾਲ ਉੱਥੇ ਬਾਅਦ 'ਚ 2 ਸਿੰਘ ਸ਼ਹੀਦ ਵੀ ਹੋਏ, ਉਹ ਮਸਲਾ ਅਜੇ ਤੱਕ ਖੜਾ ਹੈ, ਅਜੇ ਤੱਕ ਚੱਲੀ ਜਾਂਦਾ। ਸੋ ਉੱਥੇ ਇੱਕ ਸਰੂਪ ਦਾ ਮਸਲਾ ਸੀ, ਇੱਥੇ 328 ਸਰੂਪ ਸ਼੍ਰੋਮਣੀ ਕਮੇਟੀ ਦੇ ਆਪਣੇ ਰਿਕਾਰਡ ਦੇ ਵਿੱਚੋਂ, ਆਪਣੇ ਉਹਨਾਂ ਦੇ ਇਸ ਜਿਹੜਾ ਸੰਸਥਾ ਇਹਦੇ ਵਿੱਚੋਂ ਲਾਪਤਾ ਹੋ ਜਾਂਦੇ ਆ। ਸੋ ਮਸਲਾ ਛੋਟਾ ਨਹੀਂ ਹੈ ਮੇਰੇ ਖਿਆਲ ਦੇ ਨਾਲ, ਇਹਦਾ ਹੱਲ ਵੀ ਜਿਹੜਾ ਪ੍ਰੋਪਰ ਕੰਕਰੀਟ ਹੋਣਾ ਚਾਹੀਦਾ। ਫਿਲਮੀ ਪਰਦੇ ਤੋਂ ਤੁਸੀਂ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਹੋ, ਉਸ ਚਕਾਚੌਂਧ ਦੀ ਦੁਨੀਆ ਦੇ ਵਿੱਚੋਂ ਦਰਦ ਸੀ ਜਾਗਿਆ ਤੁਹਾਡੇ ਵਿੱਚ। ਬੜੀਆਂ ਸ਼ਖਸੀਅਤਾਂ ਬਰਗਾੜੀ 'ਚ ਪਹੁੰਚੀਆਂ, ਅੰਬ ਸਾਹਿਬ ਤੁਹਾਡੇ ਵਾਂਗੂ ਬਹੁਤ ਸ਼ਖਸੀਅਤਾਂ ਪਹੁੰਚੀਆਂ ਕਿ ਯਾਰ ਮੋਰਚੇ ਨਾ ਹੋਰ ਸਾਈਡ ਲੈ ਜਾਂਦੇ ਆ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਮੋਰਚੇ ਨੂੰ? ਕਿਉਂਕਿ ਉੱਥੇ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ, ਕੁਝ ਪੱਖ ਹੋਰ ਸੀ, ਪਰ ਇਹ ਜਿਹੜਾ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਮੋਰਚਾ, ਪਰ ਮੋਰਚੇ ਦੀ ਰੌਣਕ ਵੇਖ ਕੇ ਜਾਂ ਮੋਰਚੇ ਦੇ ਵਿੱਚ ਆਉਣੀਆਂ ਸ਼ਖਸੀਅਤਾਂ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਦੇ ਨਾਲ ਜਿਹੜਾ ਮੋਰਚਾ ਵਾ ਉਹਨੂੰ ਕਿਸੇ ਦੇ ਨਾਲ ਸ਼ਖਸੀਅਤਾਂ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ, ਉਹਨੂੰ ਸੰਗਤ ਰੂਪੀ ਲੈਣਾ ਚਾਹੀਦਾ। ਜਿੱਦਾਂ ਇੱਥੇ ਵੀ ਗੱਲ ਹੋ ਰਹੀ ਸੀ, ਕੁਝ ਲੋਕ ਸੀਗੇ ਜਿਹੜੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਮੋਰਚਾ ਫਲਾਣੇ ਸਿੰਘ ਵੱਲੋਂ ਜਾਂ ਫਲਾਣੀ ਜਥੇਬੰਦੀ ਵੱਲੋਂ ਲਗਾਇਆ ਗਿਆ। ਸੋ ਮੈਨੂੰ ਲੱਗਦਾ ਇਹੋ ਜਿਹੇ ਮਸਲੇ ਦੇ ਵਿੱਚ ਕਿਸੇ ਵੀ ਧਿਰ ਨੂੰ, ਕਿਸੇ ਵੀ ਜਥੇਬੰਦੀ ਨੂੰ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕ੍ਰੈਡਿਟ ਲੈਣ ਦੀ ਨਹੀਂ ਕੋਸ਼ਿਸ਼ ਕਰਨੀ ਚਾਹੀਦੀ। ਇੱਕ ਸੰਗਤ ਦਾ ਮੋਰਚਾ ਨੂੰ ਸੰਗਤ ਦਾ ਮੋਰਚਾ ਹੀ ਆਪਣਾ ਸਾਬਿਤ ਕਰਕੇ ਸਾਹਮਣੇ ਰੱਖ ਕੇ ਇੱਕ ਲੜਾਈ ਲੜਨੀ ਚਾਹੀਦੀ ਆ। ਤੁਸੀਂ ਉੱਥੇ ਅੰਬ ਸਾਹਿਬ ਦਾ ਮੋਰਚਾ ਸੀ, ਮੈਂ ਵੀ ਉੱਥੇ ਗਿਆ,
ਉੱਥੇ ਭਾਈ ਗੁਰਬਖਸ਼ ਸਿੰਘ ਹੁਣਾਂ ਨੇ ਇੱਕ ਸ਼ੁਰੂਆਤ ਕੀਤੀ ਸੀਗੀ, ਬਾਅਦ ਵਿੱਚ ਭਾਈ ਗੁਰਬਖਸ਼ ਸਿੰਘ ਹੁਣੀ ਉਹ ਤੋਂ ਪਿੱਛੇ ਹਟ ਗਏ ਜਾਂ ਜੋ ਕੁਝ ਵੀ ਹੋਇਆ, ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਚਿਣਗ ਹੈ, ਉਹਨਾਂ ਦੇ ਅੰਦਰ ਜਿਹੜੀ ਮੋਰਚੇ ਲਾਉਣ ਦੀ ਇੱਕ ਜਜ਼ਬਾ ਹੈ, ਉਹ ਮੇਰੇ ਖਿਆਲ ਨਾਲ ਬਰਕਰਾਰ ਰਹਿਣਾ ਚਾਹੀਦਾ। ਤੁਸੀਂ ਸ਼ੁਰੂਆਤ ਵੀ ਜਿਹੜੀ ਪ੍ਰੋਗਰਾਮ ਦੀ ਕੀਤੀ ਸੀਗੀ, ਸੋ ਮੈਨੂੰ ਲੱਗਦਾ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ। ਕੋਈ ਵੀ ਮੋਰਚਾ ਲੱਗਾ ਹੈ ਜ਼ਰੂਰ ਹੁਮ-ਹੁਮਾ ਕੇ ਸੰਗਤ ਨੂੰ ਪਹੁੰਚਣਾ ਚਾਹੀਦਾ। ਜਿੰਨੇ ਲੋਕ ਵੀ ਇਸ ਵੇਲੇ ਅਕਾਲ ਚੈਨਲ ਦੇਖ ਰਹੇ, ਮੇਰੇ ਖਿਆਲ ਨਾਲ ਸਾਰਿਆਂ ਨੂੰ ਪਹੁੰਚਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਘਰਾਂ 'ਚ ਬਹਿ ਗਏ ਕਿ 4 ਦਿਨ ਇਹਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਘਰਾਂ ਨੂੰ ਬਹਿ ਜਾਣਾ। ਨਹੀਂ, ਇੱਥੇ ਮਸਲਾ ਸਿਆਸਤ ਦਾ ਨਹੀਂ ਹੈ, ਇੱਥੇ ਸੰਗਤ ਰੂਪੀ ਇੱਕ ਇਕੱਠ ਹੈ, ਚਾਹੇ ਬਹੁਤ ਛੋਟਾ ਇਕੱਠ ਹੈ, ਪਰ ਫਿਰ ਵੀ ਇਹਦੀ ਜਿਹੜੀ ਆਵਾਜ਼ ਹੈ ਪੂਰੀ ਦੁਨੀਆ ਵਿੱਚ ਪਹੁੰਚੀ ਹੋਈ ਆ। ਘਰਾਂ 'ਚ ਚਾਹੇ ਬੈਠੇ ਨੇ ਲੋਕ, ਪਰ ਮੈਨੂੰ ਲੱਗਦਾ ਉਹਨਾਂ ਨੂੰ ਘਰਾਂ 'ਚੋਂ ਬਹਿ ਕੇ ਬਾਹਰ ਨਿਕਲ ਕੇ ਇਹ ਜਿਹੜਾ ਮੋਰਚਾ ਉਹਦੀ ਸਮਰਥਨ ਕਰਨਾ ਚਾਹੀਦਾ ਤੇ ਇਹ ਜਿਹੜਾ ਇਨਸਾਫ ਹੈ ਉਹਦੇ ਲਈ ਲੜਨਾ ਚਾਹੀਦਾ। ਕੁਲਜਿੰਦਰ ਸਿੰਘ ਸਿੱਧੂ ਇੱਕ ਸਮਾਂ ਸੀ ਜਦੋਂ ਜਗਤਾਰ ਸਿੰਘ ਹਵਾਰੇ ਦਾ ਰੋਲ ਨਿਭਾ ਰਿਹਾ ਸੀ, ਬੜਾ ਵੱਡਾ ਰੋਲ ਸੀ ਉਹ ਜਗਤਾਰ ਸਿੰਘ ਹਵਾਰੇ ਦੀ। ਜਦੋਂ ਗੱਲ ਹੁੰਦੀ ਆ ਤੇ ਮੈਨੂੰ ਲੱਗਦਾ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਗੱਲ ਕਰਦੇ ਆ ਨਾ, ਤੇ ਉਦੋਂ ਵੀ ਅਸੀਂ ਸੋਚਦੇ ਆ ਉਹ ਮਾਹੌਲ ਕਿੱਦਾਂ ਦਾ ਸਿਰਜਿਆ ਹੋਊਗਾ। ਅਕਾਲ ਤਖਤ ਸਾਹਿਬ ਨੂੰ ਸੋਚਦੇ ਆ, ਬੇਸ਼ੱਕ ਉਹ ਜ਼ੁਲਮੀ ਫੌਜ ਨੇ ਢਹਿ ਢੇਰੀ ਕਰ ਦਿੱਤਾ ਸੀ, ਪਰ ਉਹਦੇ ਵਿੱਚ ਜੋ ਚਿਣਗ ਫੁੱਟੀ, ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਜੀ ਦਾ ਨਾਮ ਆਉਂਦਾ, ਹੋਰ ਵੀ ਕਈ ਨਾਮ ਆਉਂਦੇ ਆ। ਉਸ ਸੰਘਰਸ਼ ਨੂੰ ਤੁਸੀਂ ਲਾਗੂ ਹੋ ਕੇ ਵੇਖਿਆ, ਕਿਉਂਕਿ ਉਸ ਫਿਲਮ ਬਣਾਉਣਾ ਸੰਘਰਸ਼ ਨੂੰ ਲਾਗੂ ਹੋ ਕੇ ਵੇਖਣਾ। ਤੇ ਸਾਡੀ ਨੌਜਵਾਨ ਪੀੜ੍ਹੀ ਅੱਜ ਕਿਤੇ ਨਾ ਕਿਤੇ ਹੋਰ ਪਾਸੇ ਜਾ ਰਹੀ ਆ, ਕੋਈ ਨਸ਼ਿਆਂ ਤੇ ਗਲਤਾਨ ਹੋਈ ਜਾ ਰਹੀ ਆ, ਕੁਛ ਕੁ ਤਾਂ ਉਹ ਤੋਂ ਬਾਅਦ ਦੇ ਵਿੱਚ ਨਹੀਂ ਕੋਈ ਮੌਕਾ ਮਿਲਿਆ ਜਿਹੜਾ ਕੌਮ ਨੂੰ ਹੋਰ ਕੋਈ ਸੇਧ ਦੇ ਸਕਦਾ ਜਾਂ ਨੌਜਵਾਨ ਪੀੜ੍ਹੀ ਨੂੰ ਇੱਕ ਵਧੀਆ ਫਿਲਮ ਰਾਹੀਂ ਜਾਂ ਤੁਸੀਂ ਕੋਈ ਮੈਸੇਜ ਦੇ ਸਕਦੇ। ਬਿਲਕੁਲ ਜੀ, ਉਹ ਦੇਖੋ ਉਹ ਇੱਕ ਪਹਿਲ ਸੀਗੀ ਪੰਜਾਬੀ ਸਿਨੇਮਾ ਦੇ ਵਿੱਚੋਂ ਕਿਸੇ ਨੇ ਵੀ ਜਿਹੜਾ ਸੀਗਾ ਸਿੱਖ ਸੰਘਰਸ਼, ਖਾਸ ਤੌਰ ਤੇ ਹਥਿਆਰਬੰਦ ਸਿੱਖ ਸੰਘਰਸ਼ ਜਿਹੜਾ ਚੱਲਿਆ, ਉਹਦੇ ਤੇ ਕਿਸੇ ਵੀ ਪਾਰਟੀ ਵੱਲੋਂ, ਕਿਸੇ ਵੀ ਗਰੁੱਪ ਵੱਲੋਂ ਜਾਂ ਕਿਸੇ ਵੀ ਪ੍ਰੋਡਿਊਸਰ ਵੱਲੋਂ, ਕਿਸੇ ਲੇਖਕ ਵੱਲੋਂ ਕੋਈ ਉਸ ਲੈਵਲ ਦੀ ਫਿਲਮ ਨਹੀਂ ਬਣਾਈ ਗਈ ਜਿਹੜੀ ਸਾਡਾ ਹੱਕ ਬਣੀ। ਸੋ ਮੈਨੂੰ ਲੱਗਦਾ ਕਿ ਉਹਨੂੰ ਬੁਲਾਉਣ ਵਾਲਾ ਕੋਈ ਮੈਂ ਇਕੱਲਾ ਦੁਕੱਲਾ ਇਨਸਾਨ ਨਹੀਂ, ਨਾ ਕੋਈ ਸਾਡੀ ਇਕੱਲੀ ਦੁਕੱਲੀ ਟੀਮ ਸੀਗੀ, ਬਲਕਿ ਉਹ ਇੱਕ ਇਨੀਸ਼ੀਏਟਿਵ ਹੁੰਦਾ। ਗੁਰੂ ਮਹਾਰਾਜ ਦੀ ਕਿਰਪਾ ਸਾਡੇ ਤੇ ਹੋਈ ਤੇ ਅਸੀਂ ਉਹ ਇੱਕ ਇਨੀਸ਼ੀਏਟਿਵ ਲੈ ਲਿਆ। ਉਸ ਤੋਂ ਬਾਅਦ ਸੰਗਤ ਸਾਡੇ ਨਾਲ ਜੁੜਦੀ ਰਹੀ ਤੇ ਅਸੀਂ ਅਖੀਰ ਤੱਕ ਜਿਹੜਾ ਸੀ ਉਹਨੂੰ ਰਿਲੀਜ਼ ਕਰਾਉਣ ਤੱਕ ਸੰਘਰਸ਼ ਰਹੇ ਤੇ ਉਹ ਫਿਲਮ ਰਿਲੀਜ਼ ਹੋਈ, ਲੋਕਾਂ ਤੱਕ ਪਹੁੰਚੀ, ਲੋਕਾਂ ਨੇ ਪਿਆਰ ਦਿੱਤਾ। ਉਸ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਜਿਹੜੀ ਸੀ ਉਹਨਾਂ ਦਾ ਝੁਕਾਅ ਹੋਇਆ ਕਿ ਕਿਉਂਕਿ ਫਿਲਮ ਇੰਡਸਟਰੀ ਜਿਹੜੀ ਆ ਇੱਕ ਬਿਜ਼ਨਸ ਹੈ, ਉਹਦੇ ਵਿੱਚ ਲੋਕੀ ਦੇਖਦੇ ਆ ਕਿ ਅਸੀਂ ਜੇ ਫਿਲਮ ਬਣਾਵਾਂਗੇ ਇਹਨੂੰ ਕਿੰਨੇ ਕੁ ਲੋਕ ਦੇਖਣਗੇ। ਜਦੋਂ ਅਸੀਂ ਸਾਡਾ ਹੱਕ ਫਿਲਮ ਬਣਾ ਰਹੇ ਸੀ, ਸਾਨੂੰ ਕਿਹਾ ਗਿਆ ਕਿ ਇਹਨੂੰ ਕਿਸੇ ਨੇ ਨਹੀਂ ਦੇਖਣਾ। ਜਿਹੜੇ ਲੋਕਾਂ ਲਈ, ਜਿਹੜੀ ਸੰਗਤ ਦੀ ਤੁਸੀਂ ਗੱਲ ਕਰਦੀ ਹੋਈ ਫਿਲਮ ਬਣਾ ਰਹੇ ਹੋ, ਉਹ ਤਾਂ ਸਿਨੇਮਿਆਂ 'ਚ ਜਾਂਦੇ ਹੀ ਨਹੀਂ। ਪਰ ਅਸੀਂ ਫਿਰ ਵੀ ਇੱਕ ਕਦਮ ਲਿਆ ਕਿਉਂਕਿ ਉਹਦੇ ਪਿੱਛੇ ਇੱਕ ਕਮਰਸ਼ੀਅਲ ਪੱਖ ਨਹੀਂ ਸੀ, ਉਹਦੇ ਪਿੱਛੇ ਇੱਕ ਹੁਣ ਤੇ ਵੀ ਉਹ ਰਿਕਾਰਡ ਬਣਾ ਚੁੱਕੀ ਸੀ ਫਿਲਮ, ਅਜੇ ਤੱਕ ਵੀ ਹੈਗੀ ਹੈ। ਜੀ ਬਿਲਕੁਲ ਬਿਲਕੁਲ, ਉਹਨੇ ਕਈ ਰਿਕਾਰਡ ਸਥਾਪਿਤ ਕੀਤੇ। ਉਸ ਤੋਂ ਬਾਅਦ ਬਹੁਤ ਸਾਰੇ ਗਰੁੱਪਾਂ ਨੇ, ਮੇਰੇ ਖਿਆਲ ਨਾਲ 8-10 ਉਸ ਤੋਂ ਬਾਅਦ ਖਾੜਕੂ ਸੰਘਰਸ਼ ਦੇ ਉੱਤੇ ਫਿਲਮਾਂ ਬਣੀਆਂ। ਭਾਈ ਜਿੰਦਾ ਸੁੱਖਾ 'ਤੇ ਬਣੀ ਫਿਲਮ, ਭਾਈ ਸਤਵੰਤ ਸਿੰਘ ਬੇਅੰਤ ਸਿੰਘ 'ਤੇ ਬਣੀ ਫਿਲਮ, ਹੋਰ ਬਹੁਤ ਸਾਰੇ ਸਿੰਘਾਂ 'ਤੇ, ਭਾਈ ਜੁਗਰਾਜ ਸਿੰਘ ਤੂਫਾਨ ਹੋਣਾ 'ਤੇ ਬਣੀ। ਸੋ ਬਹੁਤ ਸਾਰੀਆਂ ਫਿਲਮਾਂ ਬਣੀਆਂ। ਅਸੀਂ ਵੀ ਜਦੋਂ ਸਾਡਾ ਹੱਕ ਬਣਾਈ, ਸਾਡਾ ਉਸ ਤੋਂ ਬਾਅਦ ਅਗਲਾ ਕਦਮ ਜਿਹੜਾ ਸੀ ਭਾਈ ਜਿੰਦਾ ਸੁੱਖਾ 'ਤੇ ਫਿਲਮ ਬਣਾਉਂਦਾ ਸੀਗਾ, ਪਰ ਉਹ ਫਿਰ ਕੋਈ ਹੋਰ ਗਰੁੱਪ ਨੇ ਅਨਾਉਂਸ ਕਰਤੀ, ਫਿਰ ਅਸੀਂ ਸਟੈਪ ਬੈਕ ਕਰ ਗਏ ਕਿਉਂਕਿ ਉਸ ਵੇਲੇ ਮਸਲਾ ਇਹ ਨਹੀਂ ਸੀਗਾ ਕਿ ਕਮਰਸ਼ੀਅਲ ਤੌਰ ਤੇ ਅਸੀਂ ਵੱਡੇ ਪ੍ਰੋਡਿਊਸਰ ਨੇ ਜਾਂ ਸਾਡਾ ਨਾਮ ਬਣ ਗਿਆ ਤੇ ਸਾਨੂੰ ਹੀ ਬਣਾਉਣੀ ਚਾਹੀਦੀ ਸੀਗਾ, ਕੋਈ ਹੋਰ ਬਣਾ ਰਿਹਾ। ਗੱਲ ਤਾਂ ਇਹ ਆ ਕਿ ਇਹਨਾਂ ਸਿੰਘਾਂ ਦੀ ਜਿਹੜੀ ਇਹ ਕਹਾਣੀ ਆ ਉਹ ਲੋਕਾਂ ਤੱਕ ਜਾਣੀ ਚਾਹੀਦੀ ਹੈ। ਇਹ ਅੱਤਵਾਦੀ ਨਹੀਂ, ਇਹ ਸਾਡੇ ਯੋਧੇ ਆ। ਸੋ ਉਹਨਾਂ ਨੇ ਅਣਖੀ ਯੋਧੇ ਟਾਈਟਲ ਰੱਖ ਕੇ ਉਹ ਫਿਲਮ ਬਣਾਈ। ਚਾਹੇ ਉਹਦੇ ਵਿੱਚ ਉਹਨਾਂ ਨੇ ਤਕਨੀਕੀ ਤੌਰ ਤੇ ਬਹੁਤ ਸਾਰੀਆਂ ਕਮੀਆਂ ਸੀ, ਸੈਂਸਰ ਨੇ ਵੀ ਉਹਨੂੰ ਬੈਨ ਕਰਤਾ, ਪਰ ਇੱਕ ਕਦਰ ਜ਼ਰੂਰ ਇੱਕ ਸੀਗੀ, ਮਤਲਬ ਰਿਸਪੈਕਟ ਸਿੰਘਾਂ ਦੀ ਆਮ ਜਿਹੜੇ ਨੌਜਵਾਨ ਸੀ ਉਹਨਾਂ 'ਚ ਪੈਦਾ ਹੋਈ ਕਿ ਉਹ ਸਾਡੇ ਜਿਹੜੇ ਹੀਰੋਜ਼, ਅਸਲੀ ਹੀਰੋ ਉਹ ਸੀਗੇ। ਜਿਹੜੇ ਅਸੀਂ ਲੋਕ ਐਸੀ ਤਾਂ ਚਲੋ ਫਿਲਮੀ ਕਲਾਕਾਰ ਆ, ਆਪਣਾ ਇੱਕ ਰੋਲ ਨਿਭਾ ਦਿੰਦੇ ਆ ਜਿਹੋ ਜੀ ਸਾਨੂੰ ਕਲਾ ਰੱਬ ਨੇ ਦਿੱਤੀ ਹੈ, ਪਰ ਅਸਲੀ ਹੀਰੋ ਉਹੀ ਸੀਗੇ। ਅਜੇ ਵੀ ਕੁਝ ਦਿਨਾਂ ਬਾਅਦ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਤੇ ਉਹ ਫਿਲਮ ਜਿਹੜੀ ਆ ਅਜੇ ਵੀ ਬਹੁਤ ਵਾਇਰਲ ਹੋ ਰਹੀ ਆ। ਬੇਸ਼ੱਕ ਉਹ ਬੈਨ ਕਰ ਦਿੱਤੀ ਸਮੇਂ ਤੇ ਸਰਕਾਰਾਂ ਨਹੀਂ ਵਿਖਾਉਂਦੀਆਂ, ਬੇਸ਼ੱਕ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਚ ਗਲਤਾਨ ਹੋਇਆ ਜ਼ਰੂਰ ਵਿਖਾਲ ਦੇਣਗੀਆਂ, ਜਿੱਥੋਂ ਸੇਧ ਮਿਲਦੀ ਉਹ ਚੀਜ਼ ਨਹੀਂ ਦਿਖਾਉਣੀ। ਪਰ ਜੇ ਸੋਸ਼ਲ ਮੀਡੀਆ ਦੀ ਗੱਲ ਕਰਦੇ, ਸੋਸ਼ਲ ਮੀਡੀਆ ਅਜੇ ਵੀ ਜਦੋਂ ਵਾਇਰਲ ਹੁੰਦੀ ਹੈ ਤੇ ਉਹਦੇ ਉੱਤੇ ਹਜ਼ਾਰਾਂ ਹੀ ਸੰਗਤ ਨੂੰ ਵੇਖਣ ਦੀ ਹੁੰਦੀ ਹੈ। ਜੀ ਬਿਲਕੁਲ, ਇਹ ਦੇਖੋ ਸੰਗਤ ਦਾ ਪਿਆਰ ਹੈ। ਖਾਸ ਤੌਰ ਤੇ ਨੌਜਵਾਨਾਂ ਨੂੰ ਉਸ ਫਿਲਮ ਤੋਂ ਬਹੁਤ ਕੁਝ ਨਵਾਂ ਪਤਾ ਲੱਗਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਸੰਘਰਸ਼ ਸੀ ਕੀ, ਕਿਉਂਕਿ ਅੱਤਵਾਦ ਦਾ ਇੱਕ ਸ਼ਬਦ ਮੜ ਦਿੱਤਾ ਗਿਆ ਸੀ ਉਹਨਾਂ ਨੌਜਵਾਨਾਂ ਦੇ ਉੱਤੇ। ਇੱਕ ਸਰਕਾਰੀ ਪ੍ਰੋਪੇਗੰਡਾ ਸੀਗਾ, ਇੱਕ ਸਰਕਾਰੀ ਮਸ਼ੀਨਰੀ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਸਾਨੂੰ ਕੁੱਟਿਆ ਵੀ, ਸਾਨੂੰ ਲੁੱਟਿਆ ਵੀ, ਤੇ ਸਾਡੇ ਜਿਹੜੇ ਹੀਰੋ ਸਾਡੇ ਲਈ ਲੜੇ, ਜਿਹੜੇ ਕੌਮ ਦੇ ਲਈ, ਉਹਨਾਂ ਸਾਰਿਆਂ ਦੇ ਉੱਤੇ ਇੱਕ ਅੱਤਵਾਦ ਦਾ ਲੇਬਲ ਲਾ ਕੇ ਕਿ ਇਹ ਤਾਂ ਪਾਕਿਸਤਾਨ ਦੀਆਂ ਏਜੰਸੀਆਂ ਦੇ ਭੜਕਾਏ ਹੋਏ ਨੌਜਵਾਨ ਸੀਗੇ, ਬੇਰੁਜ਼ਗਾਰ ਨੌਜਵਾਨ ਸੀਗੇ। ਸੋ ਇੱਕ ਤਰੀਕੇ ਦਾ ਉਹਨਾਂ ਦਾ ਜਿਹੜਾ ਲੇਬਲਿੰਗ ਕੀਤੀ ਗਈ ਸੀ, ਮੇਰੇ ਖਿਆਲ ਦੇ ਉਹ ਲੇਬਲ ਜਿਹੜੇ ਸੀ ਉਸ ਫਿਲਮ ਨੇ ਮਿਟਾ ਦਿੱਤੇ। ਅਸਲੀ ਕਹਾਣੀ ਦੱਸੀ ਕਿ ਜਿਹੜੇ ਨੌਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਜਾਂ ਜਿਹੜੇ ਨੌਜਵਾਨ ਹੁਣ ਤੱਕ ਜੇਲ੍ਹਾਂ ਵਿੱਚ ਨੇ, ਇਹਨਾਂ ਦੇ ਅਸਲੀ ਮਕਸਦ ਕੀ ਸੀ। ਇਹ ਲੜ ਰਹੇ ਸੀ ਕੌਮੀ ਹੱਕਾਂ ਲਈ। ਸੋ ਇੱਕ ਹੀਰੋ ਜਿਹੜੇ ਸੀਗੇ ਉਹ ਉੱਭਰ ਕੇ ਨੌਜਵਾਨੀ, ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਦੇ ਵਿੱਚ ਸਾਹਮਣੇ ਆਏ। ਸੋ ਮੇਰੇ ਖਿਆਲ ਦੇ ਨਾਲ ਮੀਡੀਆ ਦਾ ਬਹੁਤ
ਬਹੁਤ ਵੱਡਾ ਰੋਲ ਹੁੰਦਾ, ਟੀਵੀ ਚੈਨਲਾਂ ਦਾ ਬਹੁਤ ਵੱਡਾ ਰੋਲ ਹੁੰਦਾ। ਜਿਵੇਂ ਹੁਣ ਮੈਂ ਦੇਖਦਾ ਅਕਾਲ ਚੱਲਣ ਆਪਣਾ ਬਹੁਤ ਵਧੀਆ ਇੱਕ ਰੋਲ ਪਲੇ ਕਰ ਰਿਹਾ, ਇਸੇ ਤਰ੍ਹਾਂ ਹੀ ਸਿਨੇਮਾ ਦਾ ਆਪਣਾ ਇੱਕ ਰੋਲ ਹੈ, ਉਹਨੂੰ ਪਲੇ ਕਰਦੇ ਰਹਿਣਾ ਚਾਹੀਦਾ। ਹੁਣ ਵੀ ਇੱਕ ਅਸੀਂ ਫਿਲਮ ਬਣਾਈ, ਉਸ ਤੋਂ ਬਾਅਦ ਇੱਕ ਯੋਧਾ ਫਿਲਮ ਬਣਾਈ ਸੀ ਸਿੱਖੀ ਸਰੂਪ ਵਾਲੇ ਇੱਕ ਸਿੰਘ ਨੂੰ ਲੈ ਕੇ, ਅੱਜ ਦੇ ਦੌਰ ਦੇ ਵਿੱਚ ਕਹਾਣੀ ਆ। ਸੋ ਇਸੇ ਤਰ੍ਹਾਂ ਹੀ ਇੱਕ ਹੁਣ ਫਿਲਮ ਹੈ ਇਸ ਵੇਲੇ ਜਿਹੜੀ ਬਣੀ ਪਈ ਆ, ਗੁਰਮੁਖ ਫਿਲਮ ਹੈ, ਸੋ ਪਾਲੀ ਭੁਪਿੰਦਰ ਹੋਣਾ ਦੀ ਡਾਇਰੈਕਟ ਕੀਤੀ ਫਿਲਮ ਹੈ, ਉਹ ਵੀ ਅੱਜ ਦੇ ਇੱਕ ਨੌਜਵਾਨ ਸਿੱਖ ਦੀ ਕਹਾਣੀ ਹੈ। ਸੋ ਸਿੱਖੀ ਸਰੂਪ ਦੇ ਵਿੱਚ ਜਿਹੜੇ ਕਲਾਕਾਰ ਨੇ ਆ ਕੇ ਉਹ ਗੈਟਅਪ ਹੀ ਚਾਹੇ ਲੈਂਦੇ ਨੇ, ਚਾਹੇ ਮੈਂ ਵੀ ਉਹ ਇੱਕ ਗੈਟਅਪ ਲੈ ਕੇ ਹੀ ਫਿਲਮ ਬਣਾਈ ਸੀ। ਪਰ ਇੱਕ ਰੁਝਾਨ ਜਿਹੜਾ ਸੀ ਸਾਡਾ ਹੱਕ ਤੋਂ ਬਾਅਦ ਇੱਕ ਪਿਆ ਹੈ ਕਿ ਸਿੱਖੀ ਨਾਲ ਰਿਲੇਟਡ ਵੀ ਫਿਲਮਾਂ ਬਣਨੀਆਂ ਚਾਹੀਦੀਆਂ, ਨਾ ਕਿ ਸਿਰਫ ਕਮੇਡੀ ਜਾਂ ਐਂਟਰਟੇਨਮੈਂਟ ਵਾਲੀਆਂ ਫਿਲਮਾਂ ਹੀ ਬਣਨੀਆਂ ਚਾਹੀਦੀਆਂ। ਸੋ ਮੈਂ ਲਾਸਟ ਦੇ ਵਿੱਚ ਗੱਲ ਕਰਨੀ ਚਾਹੂੰਗਾ ਸੁਮੇਧ ਸੈਣੀ ਦੀ, ਕਿਉਂਕਿ ਤੁਸੀਂ ਉਹ ਕਿਰਦਾਰ ਨਿਭਾਇਆ ਜਗਤਾਰ ਸਿੰਘ ਹਵਾਰ ਵਾਲਾ, ਤੇ ਦੂਜੇ ਪਾਸੇ ਸਰਕਾਰ ਵੱਲੋਂ ਕਿਰਦਾਰ ਨਿਭਾਇਆ ਗਿਆ ਸੁਮੇਧ ਸੈਣੀ ਵੱਲੋਂ। ਉਹਨਾਂ ਨੂੰ ਅੱਤਵਾਦੀ ਕਿਹਾ ਗਿਆ, ਬੇਸ਼ੱਕ ਸਾਡੀਆਂ ਫੌਜਾਂ ਸੰਘਰਸ਼ੀ ਯੋਧੇ ਕਹਿੰਦੇ ਉਹਨਾਂ ਨੂੰ, ਪਰ ਦੂਜੇ ਪਾਸੇ ਜਦੋਂ ਦੋ ਫੌਜਾਂ ਲੜਦੀਆਂ ਨਾ, ਉਹ ਸੰਘਰਸ਼ੀ ਫੌਜਾਂ ਹੋਣ ਜਾਂ ਭਾਰਤ ਸਰਕਾਰ ਦੀਆਂ ਫੌਜਾਂ ਹੋਣ, ਉਹਨਾਂ ਦੇ ਵਿੱਚ ਆਪਸੀ ਕਿਸੇ ਦਾ ਮਰ ਜਾਣਾ ਜਾਂ ਸ਼ਹੀਦ ਹੋ ਜਾਣਾ ਵੱਖਰੀ ਗੱਲ ਸੀ, ਪਰ ਆਮ ਲੋਕਾਂ ਨੂੰ ਘਰਾਂ 'ਚ ਚੁੱਕ ਕੇ ਮਾਰ ਦਿੱਤਾ ਜਾਂਦਾ ਵਾ, ਆਮ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਆ। ਜੇ ਹੁਣ ਬੜੇ ਸਾਲਾਂ ਬਾਅਦ ਉਹਨਾਂ ਉੱਤੇ ਖਾਕੀ ਦੇ ਪਰਚੇ ਹੋਣੇ ਦਰਜ ਹੋਏ, ਸੁਮੇਧ ਸੈਣੀ ਉਹ ਕਬਜ਼ੇ 'ਚ ਆਉਂਦਾ, ਉਹਦੇ 'ਚ ਪਰਚਾ ਵੀ ਦਰਜ ਹੁੰਦਾ ਵਾ, ਪੁਲਿਸ ਫੜਦੀ ਨਹੀਂ ਉਹਨੂੰ, ਕੁਝ ਦਿਨਾਂ ਬਾਅਦ ਉਹਦੀ ਜ਼ਮਾਨਤ ਮਨਜ਼ੂਰ ਕਰ ਲਈ ਜਾਂਦੀ। ਇਸ ਚੀਜ਼ ਨੂੰ ਕਿਵੇਂ ਵੇਖਦੇ ਆ? ਇਹ ਬੜਾ ਮੰਦਭਾਗਾ ਜੀ। ਦੇਖੋ ਸੁਪਰੀਮ ਕੋਰਟ ਦੇ ਜਿਹੜਾ 3 ਜੱਜਾਂ ਦਾ ਬੈਂਚ ਸੀਗਾ, ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰਨ ਤੋਂ ਮਨਾ ਕਰ ਦਿੱਤਾ। ਸੋ ਮੇਰੇ ਖਿਆਲ ਨਾਲ ਜਿਹੜਾ ਅਸਲੀ ਅੱਤਵਾਦੀ ਸੀ, ਜਿਹਨੇ ਸਹੀ ਰੂਪ ਦੇ ਵਿੱਚ ਅੱਤਵਾਦ ਫੈਲਾਇਆ, ਜਿਹਨੇ ਜਿੱਦਾਂ ਤੁਸੀਂ ਕਿਹਾ ਲੋਕਾਂ ਨੂੰ ਘਰਾਂ 'ਚੋਂ ਚੱਕ ਕੇ ਸ਼ਹੀਦ ਕੀਤਾ, ਹੁਣ ਨੰਗੇ ਚਿੱਟੇ ਦਿਨ ਵਾਂਗੇ ਗੱਲਾਂ ਸਪਸ਼ਟ ਹੋ ਗਈਆਂ ਕਿ ਜਿਹਦਾ ਮੁਲਤਾਨੀ ਸਾਹਿਬ ਸੀ ਜਾਂ ਉਹਦਾ ਆਪਣਾ ਹੀ ਇੱਕ ਰਿਸ਼ਤੇਦਾਰ ਸੀ ਲੁਧਿਆਣਾ ਤੋਂ, ਸੈਣੀ ਮੋਟਰਸ ਵਾਲੇ। ਸੋ ਬਹੁਤ ਸਾਰੇ ਉਹਦੇ ਜਿਹੜੇ ਗੁਨਾਹ ਸੀਗੇ ਉਹਨਾਂ ਦੇ ਉੱਤੋਂ ਪਰਦੇ ਅਜੇ ਚੱਕੇ ਜਾਣੇ ਸ਼ੁਰੂ ਹੋਏ ਹੀ ਸੀਗੇ। ਪਰ ਜਿਹੜਾ ਸਰਕਾਰੀ ਸਿਸਟਮ ਹੈ, ਚਾਹੇ ਉਹ ਉਸ ਵੇਲੇ ਬਾਦਲ ਨੇ ਉਹਨੂੰ DGP ਬਣਾਇਆ ਸੀਗਾ, ਪਰ ਅਸਲ ਦੇ ਵਿੱਚ ਜਿਹੜਾ ਸਿਸਟਮ ਹੈ, ਜਿਹੜਾ ਡੀਪ ਸਿਸਟਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਡੀਅਨ ਡੀਪ ਸਿਸਟਮ, ਉਹਨਾਂ ਨੇ ਉਹਨੂੰ ਬਚਾਉਣਾ ਹੀ ਬਚਾਉਣਾ ਸੀ। ਇਹ ਪਹਿਲਾਂ ਹੀ ਸ਼ੰਕੇ ਸੀਗੇ ਕੌਮ ਦੇ ਵਿੱਚ, ਉਹੀ ਕੰਮ ਹੋਈ। ਸੁਪਰੀਮ ਕੋਰਟ ਦੇ ਰੂਪ ਦੇ ਵਿੱਚ ਉਹ ਜਿਹੜਾ ਡੀਪ ਸਿਸਟਮ ਹੈ, ਉਹਨਾਂ ਨੇ ਆ ਕੇ ਸੈਣੀ ਦੀ ਜਿਹੜੀ ਬਾਂਹ ਫੜੀ ਤੇ ਆਪਣਾ ਇੱਕ ਜਿਹੜਾ ਕਰਿੰਦਾ ਸੀ, ਉਹਨਾਂ ਦਾ ਇੱਕ ਹਥੌੜੇ ਦਾ ਇੱਕ ਦਸਤਾ ਸੀਗਾ, ਉਹਨੂੰ ਉਹਨਾਂ ਨੇ ਸਾਫ਼ ਬਚਾ ਕੇ ਬਾਹਰ ਲੈ ਗਏ ਤੇ ਆਪਾਂ ਲੋਕ ਜਿਹੜੇ ਆ ਮੂੰਹ ਦੇਖਦੇ ਰਹਿ ਗਏ। ਸੋ ਇਹ ਸਿਸਟਮ ਦੇ ਉੱਤੋਂ ਉਮੀਦਾਂ ਪਹਿਲਾਂ ਵੀ ਨਹੀਂ ਸੀਗੀਆਂ, ਹੁਣ ਵੀ ਨਿਰਾਸ਼ ਹੀ ਕੀਤਾ ਇਹ ਸਿਸਟਮ ਨੇ। ਸੋ ਕਦੀ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਿਸਟਮ ਬਦਲੇ। ਉਹਦਾ ਇੱਕ ਬਿਆਨ ਆਉਂਦਾ ਕਿ ਉਦੋਂ ਸਾਡੇ ਕੋਲ ਬੜੀ ਵੱਡੀ ਭੁੱਲ ਹੋ ਗਈ, ਸ਼ਾਇਦ ਹੁਣ ਚੇਤਾ ਹੋਇਆ ਉਹਨਾਂ ਨੂੰ ਕਿ ਸੁਮੇਧ ਸੈਣੀ ਨੇ DGP ਲਾਇਆ ਵਾ। ਅਕਾਲੀ ਦਲ ਬਾਦਲ ਦੇ ਬੁਲਾਰਾ ਕਹਿ ਰਿਹਾ ਕਿ ਮੇਰੇ ਕੋਲ ਸਾਡੇ ਕੋਲੋਂ ਅਕਾਲੀ ਦਲ ਕੋਲ ਬਹੁਤ ਵੱਡੀ ਭੁੱਲ ਹੋ ਗਈ ਸੀ। ਦੇਖੋ ਅਕਾਲੀ ਦਲ ਤਾਂ ਹਰ ਮਸਲੇ ਦੇ ਉੱਤੇ ਯੂ ਟਰਨ ਕਰਦਾ ਰਿਹਾ। ਹੁਣ ਵੀ ਜਿਹੜਾ ਮੋਰਚਾ ਇੱਕ ਇਹਦੇ ਨਾਲ ਹੋਰ ਚੱਲ ਰਿਹਾ ਕਿਸਾਨਾਂ ਦਾ ਮੋਰਚਾ, ਉਸ ਮੋਰਚੇ ਉੱਤੇ ਵੀ ਅਕਾਲੀ ਦਲ ਜਿਹੜਾ ਵਾ ਪਹਿਲਾਂ ਆਰਡੀਨੈਂਸ ਦੇ ਹੱਕ ਦੇ ਵਿੱਚ ਭੁਗਤਦਾ ਰਿਹਾ, ਉਹਨਾਂ ਦੇ ਬੁਲਾਰੇ ਲਿਆ ਕੇ ਇੱਥੇ ਤੇ ਕਿਸਾਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਰਹੇ ਕਿ ਤੁਹਾਡੇ ਫਾਇਦੇ ਲਈ ਆ, ਤੁਹਾਡੇ ਹੱਕ ਲਈ ਆ। ਹੁਣ ਇੱਕ ਦੁਬਾਰਾ ਤੋਂ ਹਰਸਿਮਰਤ ਇੱਕ ਉਹ ਕਰਕੇ ਇੱਕ ਜਿਹਨੂੰ ਕਹਿੰਦੇ ਆ ਸੰਕੇਤਕ ਕੁਰਬਾਨੀ ਦੇ ਕੇ ਜੀ ਮੈਂ ਅਸਤੀਫਾ ਦੇਤਾ, ਪਰ ਸਰਕਾਰ ਦਾ ਅਜੇ ਵੀ ਹਿੱਸਾ। ਸੋ ਬਾਦਲ ਅਕਾਲੀ ਦਲ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਇੱਕ ਜਿਹੜੀ ਆ ਸਿਉਂਕ ਜਿਹੜੀ ਜਿਹਨੂੰ ਕਹਿ ਲਓ, ਜਾਂ ਇੱਕ ਸਿੱਖੀ ਦੀਆਂ ਜੜ੍ਹਾਂ ਦੇ ਨੂੰ ਜਿੱਦਾਂ ਅਮਰਵੇਲ ਵਾਲਾ ਇੱਕ ਬੂਟਾ ਹੁੰਦਾ ਉਹਨੇ ਜਕੜਿਆ ਹੋਇਆ। ਸੋ ਮੈਨੂੰ ਲੱਗਦਾ ਜਦ ਤੱਕ ਬਾਦਲ ਪਰਿਵਾਰ ਤੋਂ ਸਿੱਖ ਕੌਮ ਦਾ ਛੁਟਕਾਰਾ ਨਹੀਂ ਹੁੰਦਾ, ਜਦ ਤੱਕ ਇਹਨਾਂ ਨੂੰ ਆਪਾਂ ਦੁਬਾਰਾ ਘਰਾਂ ਦੇ ਵਿੱਚ ਵਾਪਸ ਨਹੀਂ ਧੱਕਦੇ, ਇਹਨਾਂ ਨੂੰ ਜਿੰਨੀ ਦੇਰ ਤੱਕ ਆਪਾਂ ਆਈਸੋਲੇਟ ਨਹੀਂ ਕਰਦੇ, ਸਿੱਖ ਜਿਹੜੇ ਆ ਜਿੰਨੀ ਦੇਰ ਤੱਕ ਇਹਨਾਂ ਤੋਂ ਖਹਿੜਾ ਨਹੀਂ ਛਡਾਉਂਦੇ, ਉਨੀ ਦੇਰ ਤੱਕ ਇਹ ਧੋਖੇ ਹੁੰਦੇ ਰਹਿਣੇ ਆ। ਸੈਣੀ ਦੇ ਕੇਸ 'ਚ ਵੀ ਧੋਖਾ ਹੋਇਆ, ਕਿਸਾਨਾਂ ਦੇ ਕੇਸ 'ਚ ਵੀ ਧੋਖਾ ਹੋਇਆ। ਸੋ ਇਹ ਵੀ ਜਿਹੜਾ ਵਾ ਬਾਦਲ ਪਰਿਵਾਰ ਕਰਕੇ ਹੀ ਆ ਕਿ ਸਰੂਪ ਗਾਇਬ ਹੋ ਗਏ ਤੇ ਅਜੇ ਤੱਕ SGPC ਜਿਹੜਾ ਉਹਦਾ ਸਪਸ਼ਟ ਰੂਪ 'ਚ ਦਬਾਅ ਨਹੀਂ ਦੇ ਸਕੀ। ਸੋ ਇਹ ਸਾਰਾ ਮੈਂ ਤਾਂ ਇਹ ਸਾਰੇ ਅਸਲ ਜਿੰਨੇ ਵੀ ਕਾਰਨ ਨੇ, ਸਿੱਖੀ ਨੇ ਜਿੰਨਾ ਘਾਣ ਦੇਖਿਆ ਉਹਦੇ 'ਚ ਕਾਂਗਰਸ ਤਾਂ ਜ਼ਿੰਮੇਵਾਰ ਸੀਗੀ ਜਿਹੜਾ ਕੁਝ ਉਹਨਾਂ ਨੇ 84 'ਚ ਕੀਤਾ ਦਰਬਾਰ ਸਾਹਿਬ ਦੇ ਵਿੱਚ ਜਾਂ ਦਿੱਲੀ 'ਚ, ਪਰ ਇਹ ਬਾਦਲ ਦਲ ਬਰਾਬਰ ਦਾ ਇਹਨੂੰ ਮੈਂ ਦੋਸ਼ੀ ਸਮਝਦਾ। SGPC ਵੀ ਉਹਨਾਂ ਦੇ ਕੋਲ ਆ, ਅਕਾਲੀ ਦਲ ਬਾਦਲ ਦੇ ਕੋਲ ਹੀ ਸਾਰਾ ਕੁਝ, ਅਕਾਲੀ ਦਲ ਵੀ ਉਹਨਾਂ ਦੇ ਕੋਲ ਕਰ। ਜੇ ਕੁਰਬਾਨੀ ਦੀ ਗੱਲ ਕਰੀ ਤੇ 100 ਸਾਲ ਦਾ ਇਤਿਹਾਸ ਆ, ਅਕਾਲੀ ਦਲ ਦਾ ਵੀ ਬੜਾ ਲੰਬਾ ਸੰਘਰਸ਼ੀ ਇਤਿਹਾਸ ਸੀ, SGPC ਦਾ ਇਤਿਹਾਸ ਸੀ। ਮੈਨੂੰ ਲੱਗਦਾ ਜੇ ਅੱਜ SGPC ਦੀ ਗੱਲ ਕਰਦੇ ਆ, ਜੇ ਸਾਡੀ ਸੱਜੀਆਂ ਹੋਈਆਂ ਦਸਤਾਰਾਂ ਦੀ ਗੱਲ ਕਰਦੇ ਆ, ਤੇ ਇਹਨਾਂ ਤੋਂ ਆਵਾਜ਼ ਚੁੱਕਣੀ ਚਾਹੀਦੀ ਆ, ਪਰ ਇੱਥੇ ਹੀ ਦਸਤਾਰਾਂ ਲਾ ਦੇਣੀ ਆ ਕਿਤੇ ਨਾ ਕਿਤੇ ਸਾਡੇ ਆਪਣਿਆਂ ਨੇ। ਇੱਥੋਂ ਹੀ 328 ਸਰੂਪਾਂ ਦੀ ਬੇਅਦਬੀਆਂ ਦੀ ਗੱਲਾਂ ਹੁੰਦੀਆਂ ਵਾ, ਤੇ ਜਦੋਂ ਅੱਜ ਦੀਆਂ ਸਜ਼ਾਵਾਂ ਦੀ ਗੱਲ ਹੋਈ ਆ, ਉਹਦੇ ਵਿੱਚ ਪੈਂਤਰਾ ਹੋਰ ਅਖਤਿਆਰ ਕਰ ਲਿਆ ਜਾਂਦਾ। ਬਿਲਕੁਲ ਜੀ, ਇਹ ਬੜੀ ਨਿਰਾਸ਼ਾ ਦੀ ਗੱਲ ਹੈ। ਇਹਦਾ ਰੂਟ ਕਾਰਨ ਤੁਹਾਨੂੰ ਜਿਹੜਾ ਮੇਨ ਮੇਰੇ ਖਿਆਲ ਨਾਲ ਜੜ ਜਿਹੜੀ ਆ ਉਹ ਆਪਾਂ ਉਹੀ ਹੈ ਕਿ ਬਾਦਲ ਦੇ ਕਬਜ਼ੇ ਵਿੱਚ SGPC ਆ ਕਈ ਸਾਲਾਂ ਤੋਂ। ਸੋ ਇਹ ਬਿਲਕੁਲ ਆਪਾਂ ਸਾਰੇ ਜਾਣਦੇ ਹਾਂ ਬੜੀ ਚੰਗੀ ਤਰ੍ਹਾਂ ਕਿ ਜਿਹੜਾ ਇਹ ਅਕਾਲੀ ਦਲ ਹੈ ਇੱਕ ਸੰਘਰਸ਼ ਦੇ ਵਿੱਚੋਂ ਪੈਦਾ ਹੋਈ, ਸਿੱਖਾਂ ਦੀ ਇੱਕ ਨੁਮਾਇੰਦਾ ਜਥੇਬੰਦੀ ਹੋਇਆ ਕਰਦਾ ਸੀ। SGPC ਚਾਬੀਆਂ ਦੇ ਮੋਰਚੇ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੀ ਚੜ੍ਹਦੀ ਕਲਾ ਲਈ, ਸਿੱਖਾਂ ਦੇ ਬੋਲ ਬਾਲੇ ਬੁਲੰਦ ਰੱਖਣ ਲਈ ਇੱਕ ਸੰਸਥਾ ਬੜੀ ਵਕਾਰੀ ਇਹ ਹੋਂਦ ਵਿੱਚ ਆਈ ਸੀ।
ਪਰ ਇਹ ਬਾਦਲ ਨੇ ਜਦੋਂ ਤੋਂ ਇਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਸ ਤੋਂ ਬਾਅਦ ਇਹ ਹਮੇਸ਼ਾ ਭੁਗਤਦੀ ਰਹੀ ਆ ਸਟੇਟ ਦੇ ਹੱਕ 'ਚ, ਸਿਸਟਮ ਦੇ ਹੱਕ ਵਿੱਚ ਸਿੱਖਾਂ ਨੂੰ ਆਪਸ ਵਿੱਚ ਇਹ ਉਲਝਾ ਕੇ ਰੱਖਿਆ ਹੋਇਆ ਇਹਨਾਂ ਨੇ। ਸੋ ਹੁਣ ਵੀ ਜਿਹੜਾ ਇਹ ਸਰੂਪਾਂ ਦਾ ਮਸਲਾ, ਇਹ ਵੀ ਮਸਲਾ ਇਹ ਜਾਣਬੁੱਝ ਕੇ ਮੈਨੂੰ ਲੱਗਦਾ ਇਹਨਾਂ ਨੇ ਉਲਝਾ ਰੱਖਣਾ, ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੁੰਦੇ ਆ ਕਿ ਸਿੱਖ ਕੌਮ ਕਦੀ ਵੀ ਇਹ ਇਕੱਤਰ ਹੋ ਕੇ ਜਾਂ ਕਿਸੇ ਵੀ ਇੱਕ ਫੋਕਸ ਨੂੰ ਆਪਣਾ ਨਿਸ਼ਾਨਾ ਰੱਖ ਕੇ ਉਹਦੇ ਲਈ ਸੰਘਰਸ਼ ਨਾ ਕਰੇ, ਆਪਸ 'ਚ ਹੀ ਉਲਝਾਈ ਰੱਖਦੇ ਆ। ਅਜੇ ਤੱਕ ਮਰਿਆਦਾ ਦੇ ਮਸਲੇ ਨਹੀਂ ਇਹਨਾਂ ਕੋਲੋਂ ਹੱਲ ਹੋਏ, ਦਸਮ ਗ੍ਰੰਥ ਸਾਹਿਬ ਦਾ ਮਸਲਾ ਹੈ, ਹੋਰ ਬਹੁਤ ਸਾਰੇ ਮਸਲੇ ਆ। ਸੋ ਇਹ ਜਾਣਬੁੱਝ ਕੇ ਹੀ ਇੱਕ ਜਿਹੜਾ ਡੀਪ ਸਟੇਟ ਦਾ ਇੱਕ ਬਣ ਕੇ ਹਥਿਆਰ ਤੇ ਉਹਦੇ ਤਹਿਤ ਹੀ ਇਹ ਸਾਰਾ ਕੁਝ ਹੋ ਰਿਹਾ। ਸੋ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਮੈਨੂੰ ਲੱਗਦਾ ਕਿ ਕੌਮ ਨੂੰ ਜਦੋਂ ਵੀ ਕੋਈ ਮੌਕਾ ਮਿਲਦਾ ਸਭ ਤੋਂ ਪਹਿਲਾਂ ਤੇ ਬਾਦਲ ਜੁੰਡਲੀ ਤੋਂ ਕੌਮ ਨੂੰ ਜਿਹੜਾ ਵਾ ਖਹਿੜਾ ਛਡਾਉਣਾ ਚਾਹੀਦਾ। ਧੰਨਵਾਦ ਕੁਲਜਿੰਦਰ ਸਿੱਧੂ ਜੀ। ਮੋਰਚੇ ਦਾ ਹਿੱਸਾ ਬਣਨ ਵਾਸਤੇ ਪਹੁੰਚੇ ਆ ਇੱਥੇ ਕੁਲਜਿੰਦਰ ਸਿੰਘ ਸਿੱਧੂ। ਮੈਂ ਦੁਬਾਰਾ ਦੱਸਦਾ ਕਿ ਇਹ ਮੋਰਚਾ ਜਿਹੜਾ ਕਿ 328 ਸਰੂਪ ਲਾਪਤਾ ਹੁੰਦੇ ਆ, ਉਸ ਤੋਂ ਬਾਅਦ ਦੇ ਵਿੱਚ ਐਸਜੀਪੀਸੀ ਯੂ ਟਰਨ ਲਿਆ ਜਾਂਦਾ ਵਾ, ਫਿਰ ਇੱਥੇ ਮੋਰਚਾ ਲੱਗ ਜਾਂਦਾ। 5ਵੇਂ ਦਿਨ ਮੋਰਚਾ ਦਾ ਤੇ 5ਵੇਂ ਦਿਨ ਦੇ ਵਿੱਚ ਕੁਲਜਿੰਦਰ ਸਿੰਘ ਸਿੱਧੂ ਜਿਹੜੇ ਕਿ ਸਾਡਾ ਹੱਕ ਫਿਲਮ ਬਣਾ ਕੇ ਚਰਚਾ ਦੇ ਵਿੱਚ ਆਏ ਸੀ ਤੇ ਜਗਤਾਰ ਸਿੰਘ ਹਵਾਰਾ ਦੀ ਭੂਮਿਕਾ ਨਿਭਾਈ ਸੀ। ਉਹਨਾਂ ਨੇ ਗੱਲਬਾਤ ਕੀਤੀ ਤੇ ਇੱਕੋ ਹੀ ਫੋਕਸ ਉਹਨਾਂ ਨੇ ਕਿਹਾ ਕਿ ਇੱਕ ਪਰਿਵਾਰ ਦੀ ਨਿੱਜੀ ਜ਼ਗੀਰ ਬਣ ਕੇ ਰਹਿ ਚੁੱਕਾ ਅਕਾਲੀ ਦਲ ਵੀ ਤੇ ਐਸਜੀਪੀਸੀ, ਜਿੰਨਾ ਚਿਰ ਉਹਨਾਂ ਤੋਂ ਛੁਟਕਾਰਾ ਨਹੀਂ ਮਿਲੂਗਾ ਅਸੀਂ ਆਜ਼ਾਦੀ ਵਾਲੇ ਪਾਸੇ ਨਹੀਂ ਤੁਰ ਸਕਦੇ। ਅਸੀਂ ਸੰਘਰਸ਼ ਹੀ ਕਰਦੇ ਰਵਾਂਗੇ। ਬੜੇ ਵੱਡੇ ਮੋਰਚੇ ਲਾਏ ਪਰ ਕਿਤੇ ਨਾ ਕਿਤੇ ਮੋਰਚਿਆਂ ਦੇ ਸਫਲਤਾ ਜਾਂ ਅਸਫਲਤਾ ਦੀ ਆਪਾਂ ਗੱਲ ਨਹੀਂ ਕਰਦੇ, ਪਰ ਮੋਰਚੇ ਦੇ ਪ੍ਰਾਪਤੀਆਂ ਕੀ ਹੋਈਆਂ ਸਾਨੂੰ ਪਤਾ ਹੀ ਆ। ਪਰ ਅੱਜ ਦਾ ਜਿਹੜਾ ਮੋਰਚਾ ਵਾ ਇਹਦਾ ਸਮਰਥਨ ਕਰਨ ਵਾਸਤੇ ਮੁੰਬਈ ਤੋਂ ਉਚੇਚੇ ਤੌਰ ਤੇ ਪਹੁੰਚੇ ਆ ਕੁਲਜਿੰਦਰ ਸਿੰਘ ਸਿੱਧੂ ਤੇ ਮੋਰਚੇ ਨੂੰ ਸਮਰਥਨ ਵੀ ਕੀਤਾ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ 328 ਸਰੂਪ ਆ ਇਹ 328 ਸਰੂਪਾਂ ਦੀ ਜਾਂਚ ਹੋਣੀ ਚਾਹੀਦੀ ਆ। ਕਿੱਥੇ ਕਿੱਥੇ ਸਰੂਪ ਗਏ, ਕਿੰਨਾ ਤਾਕਤਾਂ ਰਹੀ ਗਏ ਤੇ ਸਜ਼ਾਵਾਂ ਕਿਹੋ ਜਿਹੀਆਂ ਮੁਕਰਰ ਹੋਣੀਆਂ ਚਾਹੀਦੀਆਂ, ਇਹ ਤੇ ਵੇਖੋ ਐਸਜੀਪੀਸੀ ਵੱਲੋਂ ਕਿਹੋ ਜਿਹਾ ਕਦਮ ਪੁੱਟਿਆ ਜਾਂਦਾ। ਪਰ ਜੇ ਪੰਥਕ ਜਥੇਬੰਦੀਆਂ ਦੀ ਗੱਲ ਕਰਦੇ ਆ ਤੇ ਇੱਕੇ ਗੱਲ ਤੇ ਡੋਲ ਖਲੋਤੀਆਂ ਹੋਈਆਂ ਕਿ ਜਿਨ੍ਹਾਂ 328 ਸਰੂਪ ਜਿਨ੍ਹਾਂ ਦੇ ਹੁਕਮ ਦੇ ਵਿੱਚ ਲਾਪਤਾ ਹੋਏ, ਜਿਨ੍ਹਾਂ ਦੇ ਰੱਖ ਰਖਾਅ ਦੇ ਵਿੱਚ ਲਾਪਤਾ ਹੋਏ, ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਜਿੰਨਾ ਚਿਰ ਸਜ਼ਾਵਾਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਮੋਰਚਾ ਜਿਉਂਦਾ ਤਿਉਂ ਲੱਗਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।